ਤੁਸੀਂ 25 ਨੂੰ ਫੋਨ ਕੀਤਾ ਸੀ ਕਿ ਨਹੀਂ ਲੱਖੇ ਸਿਧਾਣੇ? ਅੰਦੋਲਨ ਲੀਡਰਹੀਨ ਹੈ, ਦਿਸ਼ਾਹੀਨ ਹੈ, ਜਿਹੜੀਆਂ ਇਹ ਗੱਲਾਂ ਕਰਦੇ ਨੇ। ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡੀ ਔਕਾਤ ਇੱਥੇ ਬੀਜੇਪੀ ਦੇ ਵਿੱਚ ਕੁਝ ਹੈ ਗੱਲ ਕਰਨ ਦੀ, ਗੱਲ ਰੱਖਣ ਦੀ? ਡੱਲੇਵਾਲ ਸਾਹਿਬ, ਸੰਯੁਕਤ ਮੋਰਚਾ ਸੰਯੁਕਤਾ ਕੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਤੇ ਸੰਘਰਸ਼ ਕਮੇਟੀ ਇਹ ਵੀ ਸੰਯੁਕਤ ਨੇ, ਤੁਹਾਡੇ ਨਾਲ ਨੇ? ਮੁੱਛ ਦਾ ਸਵਾਲ ਤੇ ਨੱਕ ਦੀ ਗੱਲ ਤਾਂ ਸਰਕਾਰ ਬਣਾਈ ਬੈਠੀ ਹੈ, ਜਿਹੜੀ ਇਹ ਕਹਿੰਦੀ ਆ ਵੀ ਜੇ ਅਸੀਂ ਇਹ ਕਾਨੂੰਨ ਰੱਦ ਕਰਤੇ ਤਾਂ ਜਿਹੜਾ ਮੋਦੀ ਜੀ ਦਾ ਬਹੁਤ ਵੱਡਾ ਮਤਲਬ ਇੱਕ ਨਾਂ ਬਣਿਆ ਹੋਇਆ ਹੈ ਜੀ ਕਿ ਜਿੱਥੇ ਪੈਰ ਧਰ ਲਿਆ ਮੋਦੀ ਜੀ ਪਿੱਛੇ ਨਹੀਂ ਚੱਕਦਾ। ਰਜਿੰਦਰ ਸਿੰਘ, ਦੀਪ ਸਿੰਘ ਵਾਲਾ ਦੀ ਗੱਲ ਹੁੰਦੀ ਆ, ਮੈਂ ਨਾਂ ਲੈ ਕੇ ਹੀ ਗੱਲ ਕਰੂੰਗਾ। ਉਦੋਂ ਬਾਅਦ ਬੜੀ ਇੱਕ ਚਰਚਾ ਛਿੜੀ, ਤੁਹਾਨੂੰ ਇਹ ਨਹੀਂ ਲੱਗਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਜਿਹੜੇ ਬੁੱਧੀਜੀਵੀ ਲੋਕ ਆ ਉਹਨਾਂ ਨੇ ਕਿ ਇਹ ਵੀ ਹੈਗਾ ਵੀ ਜੇ ਉਹ ਇਹ ਚੀਜ਼ ਨਾ ਹੁੰਦੀ ਸਟੇਜ ਤੇ ਤਾਂ ਮੁੰਡਿਆਂ ਦੇ ਉੱਤੇ ਪਰਚੇ ਵੀ ਨਹੀਂ ਹੋਣੇ ਸੀ, ਮੁੰਡੇ ਜੇਲ੍ਹਾਂ ਦੇ ਵਿੱਚ ਵੀ ਨਹੀਂ ਡੱਕੇ ਜਾਣੇ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ, ਮੈਂ ਰਤਨਦੀਪ ਸਿੰਘ ਢਾਲੀਵਾਲ। ਜਿਹੜੀ ਗੱਲਬਾਤ ਆ ਕਿਸਾਨੀ ਅੰਦੋਲਨ ਦੀ, ਜੇ ਸਰਕਾਰ ਨਾਲ ਹੁੰਦੀ ਆ ਤਾਂ ਉਹ ਫਿਰ ਇੱਕ ਤਰ੍ਹਾਂ ਹੋ ਕੇ ਇੱਦਾਂ ਲੱਗਦਾ ਵੀ ਜਿਵੇਂ ਨਿਬੜ ਜੇ ਗਈ ਹੋਵੇ, ਗੱਲਬਾਤ ਖੜ ਗਈ। ਕਈ ਲੋਕ ਕਹਿੰਦੇ ਵੀ ਡੈੱਡਲੌਕ ਆ ਗਿਆ। ਜੈਣੀ ਸਾਹਿਬ ਨਾਲ ਅਸੀਂ ਮੁਲਾਕਾਤ ਕੀਤੀ, ਸੁਰਜੀਤ ਕੁਮਾਰ ਜੈਣੀ ਜਿਹੜੇ ਇੱਕ ਪੁਲ ਦਾ ਕੰਮ ਕਰ ਰਹੇ ਸੀ, ਉਹਨਾਂ ਨੇ ਇੱਕ ਬੜਾ ਵੱਡਾ ਬਿਆਨ ਦਿੱਤਾ ਗਾ ਸਾਡੀ ਮੁਲਾਕਾਤ ਦੇ ਵਿੱਚ। ਉਹਨਾਂ ਨੇ ਕਿਹਾ ਵੀ ਜਿਹੜਾ ਇਹ ਅੰਦੋਲਨ ਚੱਲ ਰਿਹਾ ਇਹ ਦਿਸ਼ਾਹੀਨ ਆ, ਮੁੱਦਾਹੀਨ ਆ ਤੇ ਇਹ ਲੀਡਰਹੀਨ ਆ। ਪਰ ਇਹ ਜਿਹੜਾ ਡੈੱਡਲੌਕ ਹੈ ਇੱਥੋਂ ਅੱਗੇ ਵਧੂਗਾ ਕਿਵੇਂ ਜੇ ਇਦਾਂ ਦੇ ਬਿਆਨ ਆਉਣਗੇ? ਉਹ ਇੱਕ ਪਾਸੇ ਇਹ ਵੀ ਕਹਿ ਰਹੇ ਨੇ ਵੀ ਅਸੀਂ ਗੱਲਬਾਤ ਕਰਨ ਨੂੰ ਵੀ ਤਿਆਰ ਹਾਂ, ਜੋ ਕੁਝ ਕਿਸਾਨ ਕਹਿੰਦੇ ਨੇ ਜਾਂ ਕਿਸਾਨ ਆਗੂ ਕਹਿੰਦੇ ਅਸੀਂ ਸਭ ਕੁਝ ਦੇਣ ਨੂੰ ਤਿਆਰ ਹਾਂ, ਕਰਜ਼ਾ ਮਾਫੀ ਦੀ ਵੀ ਗੱਲਬਾਤ ਕੀਤੀ ਆ। ਇਹ ਸਾਰੀਆਂ ਗੱਲਾਂ ਬਾਤਾਂ ਦੇ ਜਵਾਬ ਲੈਣ ਦੇ ਲਈ ਜਾਂ ਅੰਦੋਲਨ ਅੱਗੇ ਕਿਸ ਤਰ੍ਹਾਂ ਜਾ ਰਿਹਾ ਹੈਗਾ, ਸਾਡੇ ਨਾਲ ਅੱਜ ਮੌਜੂਦ ਨੇ ਜਗਜੀਤ ਸਿੰਘ ਡੱਲੇਵਾਲ, ਉੱਘੇ ਕਿਸਾਨ ਆਗੂ ਨੇ, ਪੰਜਾਬ ਆਏ ਹੋਏ ਨੇ। ਡੱਲੇਵਾਲ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡੱਲੇਵਾਲ ਸਾਹਿਬ, ਪਹਿਲਾਂ ਤਾਂ ਜੈਣੀ ਸਾਹਿਬ ਨੇ ਜਿਹੜਾ ਇਹ ਬਿਆਨ ਦਿੱਤਾ ਗਾ, ਇਹ ਬਿਆਨ ਦੇ ਬਾਰੇ ਤੁਹਾਡਾ ਕੀ ਕਹਿਣਾ ਹੋਊਗਾ? ਆਗੂਹੀਨ, ਦਿਸ਼ਾਹੀਨ, ਤੇ ਤੁਸੀਂ ਇੱਦਾਂ ਨਹੀਂ ਲੱਗਦਾ ਵੀ ਹਜੇ ਵੀ ਬਿਆਨ ਆ ਰਹੇ ਨੇ ਕਿਤੇ ਨਾ ਕਿਤੇ ਜਦੋਂ ਠੰਡਾ ਪੈਣ ਦੀ ਗੱਲ ਕੋਸ਼ਿਸ਼ ਕਰਦੀ ਆ ਫਿਰ ਇੱਕ ਤਰ੍ਹਾਂ ਦਾ ਭੜਕਾਇਆ ਜਾਂਦਾ ਹੈਗਾ, ਇਸ ਰੂਪ 'ਚ ਦੇਖਦੇ ਹੋ ਕਿ ਇੱਦਾਂ ਲੱਗਦਾ ਹੈਗਾ ਵੀ ਇਹਨਾਂ ਦੇ ਵੱਸ ਦੀ ਗੱਲ ਨਹੀਂ, ਨਾ ਤੁਹਾਡੇ ਵੱਸ ਦੀ ਗੱਲ ਰਹੀ ਹੈ, ਗੱਲ ਬੱਸੋਂ ਬਾਹਰ ਹੋਊਗੀ? ਗੱਲ ਕਿੱਥੇ ਖੜੀ ਆ? ਦੇਖੋ, ਇਸ ਵਿਸ਼ੇ ਦੇ ਉੱਤੇ ਜੇ ਆਪਾਂ ਗੱਲ ਕਰੀਏ ਤਾਂ ਮੈਨੂੰ ਜਿੰਨੀ ਕੁ ਲੱਗਦੀ ਹੈ ਕਿ ਇਹ ਜਿਹੜੇ ਬੰਦੇ ਬੋਲ ਰਹੇ ਨੇ ਜੀ, ਸਭ ਤੋਂ ਪਹਿਲੀ ਤਾਂ ਗੱਲ ਹੈ ਇਹਨਾਂ ਨੇ ਆਪਦੇ ਅਜਿਹੇ ਬਿਆਨਾਂ ਦਾ ਖਮਿਆਜਾ ਪੰਜਾਬ 'ਚ ਭੁਗਤ ਲਿਆ। ਦੂਸਰੀ ਗੱਲ ਇਹ ਹੈ ਕਿ ਇਹਨਾਂ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਇਸ ਲੀਡਰਸ਼ਿਪ ਨੂੰ ਜਿਹੜੇ ਇਹ ਕਹਿੰਦੇ ਨੇ ਜੀ ਕਿ ਇਹ ਅੰਦੋਲਨ ਲੀਡਰਹੀਨ ਹੈ, ਦਿਸ਼ਾਹੀਨ ਹੈ, ਜਿਹੜੀਆਂ ਇਹ ਗੱਲਾਂ ਕਰਦੇ ਨੇ, ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡੀ ਔਕਾਤ ਇੱਥੇ ਬੀਜੇਪੀ ਦੇ ਵਿੱਚ ਕੁਝ ਹੈ ਗੱਲ ਕਰਨ ਦੀ, ਗੱਲ ਰੱਖਣ ਦੀ? ਅਗਲੀ ਗੱਲ, ਜਿਹੜਾ ਅੰਦੋਲਨ ਨੂੰ ਦਿਸ਼ਾਹੀਨ ਕਿਹਾ ਜਾ ਰਿਹਾ ਹੈ ਜੀ, ਇਹ ਕਿਸ ਢੰਗ ਨਾਲ ਕਹਿ ਰਹੇ ਨੇ ਦਿਸ਼ਾਹੀਨ ਅੰਦੋਲਨ? ਅੰਦੋਲਨ ਇੱਕੋ ਦਿਸ਼ਾ ਲੈ ਕੇ ਚੱਲਿਆ ਹੈ ਕਿ ਕਾਨੂੰਨ ਰੱਦ ਕਰੇ ਸਰਕਾਰ, ਔਰ ਉਹਦੇ ਤੇ ਸਾਡਾ ਸਟੈਂਡ ਕਾਇਮ ਹੈ, ਔਰ ਪਹਿਲਾਂ ਵੀ ਸੀਗਾ ਔਰ ਹੁਣ ਵੀ ਕਾਇਮ ਹੈ। ਤੀਸਰੀ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਅੰਦੋਲਨ ਲੀਡਰਹੀਨ ਹੈ, ਇਹਨਾਂ ਨੂੰ ਪਤਾ ਨਹੀਂ ਕਿਵੇਂ ਲੀਡਰਹੀਨ ਲੱਗ ਰਿਹਾ ਹੈ। ਮੇਰਾ ਖਿਆਲ ਹੈ ਜਿਹੜੀ ਇਹਨਾਂ ਦੀ ਸਮਝ ਹੈ, ਇਹਨਾਂ ਨੇ ਕੱਲੇ ਲੀਡਰ ਨੂੰ ਟੋਹ ਕੇ ਦੇਖ ਲਿਆ, ਕਿਸੇ ਲੀਡਰ ਨੇ ਇਹਨਾਂ ਨੂੰ ਬਾਹ ਨਹੀਂ ਫੜਾਈ। ਹਰ ਲੀਡਰ ਦੀ ਦਾ ਸਟੈਂਡ ਆਪਦੀ ਉਸੇ 3 ਕਾਨੂੰਨ ਰੱਦ ਦੇ ਉੱਤੇ ਬਰਕਰਾਰ ਹੈ ਤੇ ਕਾਇਮ ਹੈ ਜੀ। ਤਾਂ ਇਹਨਾਂ ਨੂੰ ਇਹ ਲੱਗ ਰਿਹਾ ਵੀ ਸ਼ਾਇਦ ਇੱਕ ਲੀਡਰ ਹੁੰਦਾ ਤਾਂ ਅਸੀਂ ਮਨਾ ਲੈਂਦੇ। ਹੁਣ ਦੇਖੋ, ਜਿੱਡਾ ਵੱਡਾ ਸਮੂਹ ਰਲ ਕੇ ਲੜ ਰਿਹਾ ਹੈ, ਉਹ ਸਾਰੇ ਲੀਡਰ ਨੇ ਆਪਣੀ ਆਪਣੀ ਥਾਂ ਤੇ, ਸਾਰਿਆਂ ਦੀ ਅਹਿਮੀਅਤ ਹੈ, ਸਾਰਿਆਂ ਦੀਆਂ ਜਥੇਬੰਦੀਆਂ ਉੱਤੇ ਬੈਠੀਆਂ ਹੈ, ਹਰ ਇੱਕ ਦੀ ਭਾਵਨਾਵਾਂ ਦੀ ਕਦਰ ਕਰਨੀ ਜਥੇਬੰਦੀਆਂ ਦਾ ਮਤਲਬ ਇੱਕ ਦੂਜੇ ਦੀ ਜਥੇਬੰਦੀ ਦਾ ਫਰਜ਼ ਬਣਦਾ ਹੈ। ਉਹਦੇ ਮੁਤਾਬਕ ਸਾਰਿਆਂ ਦੀ ਸਲਾਹ ਨਾਲ ਚੱਲ ਰਿਹਾ ਹੈ। ਸਾਡੀ ਸਾਰਿਆਂ ਦੀ ਸਲਾਹ ਹੈ, ਜੇ ਹੁਣ ਉਹਨਾਂ ਨੇ ਗੱਲ ਕੀਤੀ ਵੀ ਕਿਸਾਨ ਜੋ ਮੰਗਦੇ ਅਸੀਂ ਦੇਣ ਨੂੰ ਤਿਆਰ ਹਾਂ ਜੀ, ਮੈਂ ਕਹਿੰਦਾ ਜੇ ਦੇਣ ਨੂੰ ਤਿਆਰ ਹੈ ਤਾਂ ਕਿਸਾਨ ਮੰਗਦੇ ਆ ਕਿ ਕਾਨੂੰਨ ਰੱਦ ਕਰੇ ਸਰਕਾਰ, ਇਹਨਾਂ ਨੂੰ ਰਿਪੀਲ ਕਰੇ ਸਰਕਾਰ ਜੀ। ਅਗਰ ਸਰਕਾਰ ਇਹਨੂੰ ਰਿਪੀਲ ਕਰਦੀ ਹੈ ਤੇ ਸਾਰੇ ਆਗੂਆਂ ਦਾ ਜਿਹੜਾ ਮੰਗ ਹੈ ਉਹਦੇ ਵਿੱਚ ਆ ਗਈ, ਤੇ ਸਾਡੇ ਆਗੂਆਂ ਨੂੰ ਉਹਦੇ ਕੋਲੋਂ ਇਹ ਕਹਿ ਕੇ ਵੀ ਇਹ ਆਗੂ ਰਹਿਤ ਹੈ, ਦਿਸ਼ਾਹੀਨ ਹੈ, ਤੇ ਇਹ ਗੱਲ ਦੀ ਕੀ ਤੁਕ ਬਣੀ? ਇੱਕੋ ਹੀ ਗੱਲ 'ਚ ਗੱਲ ਮੁੱਕਦੀ ਆ, ਸਾਡੀ ਦਿਸ਼ਾ ਹੈ ਕਾਨੂੰਨ ਰੱਦ ਕਰੇ ਸਰਕਾਰ, ਸਾਰੇ ਆਗੂਆਂ ਦੀ ਆਵਾਜ਼ ਹੈ ਕਾਨੂੰਨ ਰੱਦ ਕਰੇ ਸਰਕਾਰ, ਇਹ ਰੱਦ ਕਰ ਦੇਣ, ਗੱਲ ਮੁੱਕ ਗਈ, ਕੋਈ ਰੌਲਾ ਹੀ ਨਹੀਂ ਰਹਿ ਗਿਆ। ਸੋ ਇਹ ਗੱਲਾਂ ਅਜਿਹੀਆਂ ਕਰਨੀਆਂ, ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਵਿਚਾਰਿਆਂ ਦੇ ਆਪਦੇ ਨਾ ਕੋਈ ਵੱਸ ਹੈ, ਨਾ ਇਹਨਾਂ ਨੂੰ ਪਤਾ ਹੈ। ਜੋ ਸੂਦ ਆ ਜਾਂਦਾ, ਜੋ ਉਹਨਾਂ ਨੂੰ ਉੱਤੋਂ ਫੂਕ ਮਾਰ ਦਿੰਦੇ ਆ, ਘੁੱਗੂ ਦੇ ਵਿੱਚੋਂ ਆਵਾਜ਼ ਉਹ ਨਿਕਲ ਜਾਂਦੀ ਹੈ, ਇਹ ਤੋਂ ਬਾਅਦ ਹੋਰ ਕੁਛ ਨਹੀਂ ਇਹਨਾਂ 'ਚ।
ਜਿਹੜੀ ਇੱਕ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ ਵੀ ਇੰਨੀਆਂ ਕੁ ਅਮੈਂਡਮੈਂਟਸ ਕਰਾ ਲਈਆਂ ਜਾਣ ਵੀ ਕਾਨੂੰਨ ਦੇ ਵਿੱਚ ਕੁਝ ਬਚੀ ਨਾ, ਉਹ ਗੱਲ ਕਿਵੇਂ ਆ? ਦੇਖੋ ਅਮੈਂਡਮੈਂਟ ਇਹ ਕਹਿ ਰਹੇ ਨੇ ਅਮੈਂਡਮੈਂਟ ਕਰਦੇ ਆ ਅਸੀਂ ਜੀ। ਅਮੈਂਡਮੈਂਟ ਕਰਨ ਦੇ ਵਿੱਚ ਇੱਕ ਬਹੁਤ ਵੱਡੀ ਬੇਈਮਾਨੀ ਖੜੀ ਆ। ਉਹ ਇਹ ਹੈ ਕਿ ਸਰਕਾਰ ਅਮੈਂਡਮੈਂਟ ਕਰਕੇ ਪ੍ਰਾਈਵੇਟ ਮੰਡੀ ਨੂੰ ਸਰਕਾਰੀ ਮੰਡੀ ਦੇ ਪੈਰਲਲ ਕਾਇਮ ਰੱਖਣਾ ਚਾਹੁੰਦੀ ਹੈ ਜੀ। ਤੇ ਅਸੀਂ ਕਹਿੰਦੇ ਆ ਕਿ ਕਿਸਾਨ ਦੀ ਜ਼ਮੀਨ ਖੋਹਣ ਦਾ ਇੱਕੋ ਹੀ ਇੱਕ ਰਸਤਾ ਇਹਨਾਂ ਕੋਲੇ ਇਹ ਤਕੜਾ ਹੈ ਕਿ APMC ਮੰਡੀ ਨੂੰ ਖਤਮ ਕਰਨਾ ਹੈ, ਪ੍ਰਾਈਵੇਟ ਮੰਡੀਆਂ ਨੂੰ ਪ੍ਰਮੋਟ ਕਰਨਾ ਹੈ। ਔਰ ਜਦੋਂ APMC ਮੰਡੀ ਖਤਮ ਹੋਣਗੀਆਂ, ਪ੍ਰਾਈਵੇਟ ਮੰਡੀਆਂ ਪ੍ਰਮੋਟ ਹੋਣਗੀਆਂ, ਉਦੋਂ ਸਾਡੇ ਸਾਹਮਣੇ ਨਮੂਨਾ ਪਿਆ ਹੈ। ਬਿਹਾਰ ਦੇ ਵਿੱਚ 2006 ਦੇ ਵਿੱਚ ਇਹ ਸਾਰਾ ਕੁਝ ਹੋਇਆ ਹੈ। ਉੱਥੋਂ ਦੇ ਕਿਸਾਨ ਵਿਚਾਰੇ ਅੱਜ 800-900 ਨੂੰ ਆਪਦੀ ਫਸਲ ਵੇਚਣ ਲਈ ਸਿੱਟਣ ਲਈ ਮਜਬੂਰ ਹਨ। ਵੇਚਣ ਨਹੀਂ ਕਿਹਾ ਜਾ ਸਕਦਾ, ਸਿੱਟਣ ਲਈ ਮਜਬੂਰ ਹੈ। ਔਰ ਇਧਰਲੇ ਪਾਸੇ ਜਿੱਥੇ ਮੰਡੀਆਂ ਚੱਲਦੀਆਂ, ਜਿੱਥੇ APMC ਦਾ ਸਿਸਟਮ ਹੈਗਾ, ਜਿੱਥੇ FCI ਦਾ ਸਿਸਟਮ ਹੈਗਾ, ਇੱਥੇ 1888 ਰੁਪਏ ਫਸਲ ਵਿਕ ਰਹੀ ਹੈ। ਔਰ ਸਾਡੀ ਮੰਗ ਹੈ ਕਿ ਸਾਡਾ ਇਹ ਸਿਸਟਮ ਆ ਜਿਹੜਾ ਢਾਂਚਾ ਇਹ ਬਰਕਰਾਰ ਰਹਿਣਾ ਚਾਹੀਦਾ ਹੈ। ਸਰਕਾਰ ਦੀ ਭਾਵਨਾ ਹੈ ਕਿ ਇਹਨੂੰ ਖਤਮ ਕਰਨਾ ਚਾਹੁੰਦੀ ਹੈ ਔਰ ਸਾਨੂੰ ਵੀ ਬਿਹਾਰ ਦੀ ਤਰ੍ਹਾਂ ਰਲਾਉਣਾ ਚਾਹੁੰਦੀ ਹੈ ਬਿਹਾਰ ਨਾਲ। ਸੋ ਇਹਨਾਂ ਦੀਆਂ ਅਮੈਂਡਮੈਂਟਸ ਦੀ ਲੋੜ ਨਹੀਂ ਹੈ ਸਾਨੂੰ ਇਹ ਲੋੜ ਹੈ ਕਿ ਕਾਨੂੰਨਾਂ ਨੂੰ ਸਰਕਾਰ ਰੱਦ ਕਰੇ। ਇੱਕ ਉਹਨਾਂ ਨੇ ਇਹ ਵੀ ਬੜਾ ਕਿਹਾ ਸੀ ਵੀ ਬਿਹਾਰ ਵਾਲੀ ਗੱਲ ਚੱਕੀ ਸੀ, ਉਹ ਕਹਿੰਦੇ ਵੀ ਬਿਹਾਰ ਨਾਲ ਹੀ ਕਿਉਂ ਤੁਲਨਾ ਕੀਤੀ ਜਾਂਦੀ ਹੈ। ਦੂਜਾ ਉਹਨਾਂ ਨੇ ਪ੍ਰਸ਼ਨ ਜੋਗਿੰਦਰ ਯਾਦਵ ਤੇ ਬੜੇ ਸਵਾਲ ਖੜੇ ਕੀਤੇ ਵੀ ਉਹਨਾਂ ਕਰਕੇ ਹੀ ਸਾਰੀ ਗੱਲ ਖਰਾਬ ਹੋ ਰਹੀ ਹੈ, ਜੇ ਉਹ ਨਾ ਵਿੱਚ ਹੁੰਦੇ ਤਾਂ ਗੱਲ ਕਦੋਂ ਦੀ ਲੋਟ ਆ ਜਾਣੀ ਸੀ। ਅੱਜ ਤੱਕ ਜੋਗਿੰਦਰ ਯਾਦਵ ਗੱਲਬਾਤ ਦੇ ਵਿੱਚ ਕਦੇ ਗਿਆ ਹੀ ਨਹੀਂ ਜਿਹੜੀ ਇਹ ਕਹਿ ਰਹੇ ਨੇ ਜੀ। ਤੇ ਦੂਸਰੀ ਗੱਲ ਆ, ਬਿਹਾਰ ਨਮੂਨਾ ਸਾਡੇ ਸਾਹਮਣੇ, ਉੱਥੇ ਇਹਨਾਂ ਨੇ ਮੰਡੀ ਸਿਸਟਮ ਖਤਮ ਕੀਤਾ। ਆ ਜਿਹੜਾ ਹੈਗਾ ਆਪਣਾ UP, ਅੱਧਾ UP ਦੇ ਵਿੱਚ ਮੰਡੀ ਸਿਸਟਮ ਖਤਮ ਕੀਤਾ ਹੈ। ਨੰਬਰ 3 ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਦਾ ਹੀ ਪੋਰਟਲ ਆ E-49 ਜੀ, ਉਹਨੂੰ ਚੱਕੋ, ਉਹਨੂੰ ਫਰੋਲੋ। ਉਹਦੇ ਵਿੱਚ ਬੜਾ ਸਪਸ਼ਟ ਹੈ ਕਿ ਇਹਨਾਂ 6 ਮਹੀਨਿਆਂ ਦੇ ਵਿੱਚ 47 ਮੰਡੀਆਂ ਖਤਮ ਹੋ ਗਈਆਂ ਇਹਨਾਂ ਦੇ ਵਿੱਚ ਜੀ। ਤਾਂ ਕੀ ਅਸੀਂ ਕਹਾਂਗੇ ਕਿ ਸਾਡੇ ਸਾਹਮਣੇ ਨਮੂਨਾ ਨਹੀਂ ਹੈ? ਨੰਬਰ 2 ਬਿਹਾਰ ਦੇ ਵਿੱਚੋਂ ਵੱਡੀ ਪੱਧਰ ਦੇ ਉੱਤੇ ਕਿਸਾਨਾਂ ਦੀ ਫਸਲ ਪ੍ਰਾਈਵੇਟ ਵਪਾਰੀਆਂ ਨੇ ਖਰੀਦ ਲਈ ਜੀ ਔਰ ਉਹ ਪੈਸਾ ਲੈ ਕੇ ਭੱਜ ਗਏ, ਜਿਹਦੇ ਵਿੱਚੋਂ ਅੱਜ ਤੱਕ ਇਹਨਾਂ ਦੀ ਸਰਕਾਰ ਕੇਵਲ 3 ਕਿਸਾਨਾਂ ਨੂੰ ਪੈਸੇ ਦਵਾ ਚੁੱਕੀ ਆ, ਬਾਕੀ ਸਾਰੇ ਭੱਜੇ ਹੋਏ ਨੇ, ਕਿਸੇ ਨੂੰ ਪੰਜੀ ਨਹੀਂ ਮਿਲੀ। ਇਹ ਮਤਲਬ ਮੱਧ ਪ੍ਰਦੇਸ਼ ਦੀ ਗੱਲ ਹੈ ਜੀ, ਇਕੱਲੇ ਬਿਹਾਰ ਦੀ ਨਹੀਂ, ਸਾਰਾ ਦੇਸ਼ ਦੇ ਅੰਦਰ ਇਹਨਾਂ ਦਾ ਜਿੱਥੇ ਵੀ ਇਹ ਢਾਂਚੇ ਨੇ ਮਤਲਬ ਖੜਾ ਹੋਣਾ ਹੈ, ਉੱਥੇ ਦੇਸ਼ ਦੇ ਕਿਸਾਨਾਂ ਨਾਲ ਇਹ ਕੁਝ ਹੋਣਾ ਹੈ। ਡੱਲੇਵਾਲ ਸਾਹਿਬ ਫਿਰ ਗੱਲ ਲੋਟ ਕਿਵੇਂ ਆਊ? ਉਹ ਕਹਿੰਦੇ ਵੀ ਇਹਨਾਂ ਨੇ ਮੁੱਛ ਦਾ ਸਵਾਲ ਬਣਾ ਲਿਆ, ਇਹਨਾਂ ਦੀ ਹਿੰਡ ਆ, ਇਹ ਹਿੰਡ ਪਗਾ ਕੇ ਹਟਣਗੇ ਆਪਦੀ, ਇਦਾਂ ਦੀਆਂ ਵੀ ਗੱਲਾਂ ਆਉਂਦੀਆਂ ਗੀਆਂ। ਕੀ ਤੁਹਾਨੂੰ ਲੱਗਦਾ ਕੀ ਆ ਵੀ, ਕਿਉਂਕਿ ਸਾਰੇ ਜਾਣਨਾ ਚਾਹੁੰਦੇ ਆ, ਗੱਲ 3 ਮਹੀਨੇ ਹੋ ਗਏ ਗੱਲਾਂ, ਜਦੋਂ ਆਪਾਂ ਕੁਝ ਵੀ ਆਪਣੀ ਵੀ 4-5ਵੀਂ ਮੁਲਾਕਾਤ ਆ, ਜਦੋਂ ਆਪਾਂ ਵੀ ਮੁਲਾਕਾਤ ਕਰਦੇ ਆ, ਹੋਰ ਕਿਸਾਨ ਲੀਡਰਾਂ ਨਾਲ ਮੁਲਾਕਾਤ ਹੁੰਦੀ ਆ, ਇਹਦਾ ਹੱਲ ਨਿਕਲੂਗਾ ਕੀ? ਦੇਖੋ, ਇਹ ਸਰਕਾਰ ਵੱਲੋਂ ਕਹਿਣਾ ਕਿ ਇਹ ਕਹਿੰਦੇ ਨੇ ਸਾਡੀ ਮੁੱਛ ਦਾ ਸਵਾਲ ਆ, ਬਿਲਕੁਲ ਸਾਡੀ ਮੁੱਛ ਦਾ ਸਵਾਲ ਨਹੀਂ। ਅਸੀਂ ਨਾ ਮੁੱਛ ਦੇ ਮੁੱਦੇ ਦੇ ਉੱਤੇ ਲੜ ਰਹੇ ਹਾਂ, ਅਸੀਂ ਆਪਦੀ ਜ਼ਮੀਨ ਨੂੰ ਜਿਉਂਦਿਆਂ ਰੱਖਣ ਲਈ, ਆਪਦੀਆਂ ਨਸਲਾਂ ਦੀ ਰੋਜੀ ਰੋਟੀ ਨੂੰ ਜਿਉਂਦਿਆਂ ਰੱਖਣ ਲਈ ਲੜ ਰਹੇ ਹਾਂ। ਸਾਡੀ ਲੜਾਈ ਆ ਉਹਦੇ ਤੇ ਹੈ। ਮੁੱਛ ਦਾ ਸਵਾਲ ਤੇ ਨੱਕ ਦੀ ਗੱਲ ਤਾਂ ਸਰਕਾਰ ਬਣਾਈ ਬੈਠੀ ਹੈ, ਜਿਹੜੀ ਇਹ ਕਹਿੰਦੀ ਆ ਵੀ ਜੇ ਅਸੀਂ ਇਹ ਕਾਨੂੰਨ ਰੱਦ ਕਰਤੇ ਤਾਂ ਜਿਹੜਾ ਮੋਦੀ ਜੀ ਦਾ ਬਹੁਤ ਵੱਡਾ ਮਤਲਬ ਇੱਕ ਨਾਂ ਬਣਿਆ ਹੋਇਆ ਹੈ ਜੀ ਕਿ ਜਿੱਥੇ ਪੈਰ ਧਰ ਲਿਆ ਮੋਦੀ ਜੀ ਪਿੱਛੇ ਨਹੀਂ ਚੱਕਦਾ, ਤੇ ਮੋਦੀ ਜੀ ਵਾਸਤੇ ਮਤਲਬ ਪਤਾ ਨਹੀਂ ਕਿੱਡਾ ਵੱਡਾ ਮਤਲਬ ਘਾਤਕ ਸਿੱਧ ਹੋਏਗਾ। ਜਿਵੇਂ CAA ਲੈ ਕੇ ਆਂਦਾ ਜੀ, ਲੋਕਾਂ ਦੇ ਕਿੱਡਾ ਵੱਡਾ ਅੰਦੋਲਨ ਹੋਇਆ, ਉਹਨੂੰ ਵਿੱਚੇ ਕੁਚਲਤਾ ਇਹਨਾਂ ਨੇ ਜੀ। ਹੋਰ ਬੜਾ ਕੁਝ ਹੋਇਆ, GST ਲੈ ਕੇ ਆਂਦਾ, ਹੋਰ ਬਹੁਤ ਕੁਝ ਕੀਤਾ ਹੈ। ਆ ਜਿਹੜੇ ਮਤਲਬ ਫਾਰਮਰ ਆਪਣਾ ਲੇਬਰ ਲਾਜ਼ ਲੈ ਕੇ ਆਏ ਨੇ, ਉਹਦੇ ਵਿੱਚ ਬਹੁਤ ਕੁਝ ਹੈ। ਤਾਂ ਇਹਨਾਂ ਦਾ ਮਤਲਬ ਇਹ ਹੈ ਕਿ ਸਾਡੇ ਖਿਲਾਫ ਮੋਦੀ ਨੇ ਜਿੱਥੇ ਪੈਰ ਧਰ ਲਿਆ ਉੱਥੋਂ ਪੈਰ ਨਹੀਂ ਚੱਕਿਆ। ਅਗਰ ਇਸ ਅੰਦੋਲਨ ਦੇ ਨਕਾਰ ਨੇ ਪਿੱਛੇ ਪੈਰ ਚੱਕਦਾ ਹੈ ਤਾਂ ਮੋਦੀ ਜੀ ਦੀ ਏਮਜ ਨੂੰ ਥੋੜਾ ਬਹੁਤਾ ਕਟੌਤੀ ਹੁੰਦੀ ਹੈ, ਘਾਟ ਲੱਗਦੀ ਹੈ। ਇੱਕ ਜਿਹੜੀ ਕੰਟਰੈਕਟ ਫਾਰਮਿੰਗ ਵਾਲਾ ਗਾ, ਉਹ ਕਹਿੰਦੇ ਵੀ ਹੁਣ ਵੀ ਆਪਾਂ ਠੇਕੇ ਤੇ ਜ਼ਮੀਨ ਦਿੰਦੇ ਆ, ਇਹਨੂੰ ਵੀ ਥੋੜਾ ਜਿਹਾ ਕਲੀਅਰ ਕਰ ਦਿਓ ਵੀ ਇਹ ਆਪਾਂ ਉਹਦੇ ਨਾਲ ਮਿਲਾ ਸਕਦੇ ਹਾਂ। ਮੈਂ ਦੱਸਦਾ, ਇਹ ਕਹਿੰਦੀ ਆ, ਸਰਕਾਰ ਕਹਿੰਦੀ ਆ ਵੀ ਕਾਨੂੰਨਾਂ 'ਚ ਕਾਲਾ ਦੱਸਣ ਕੀ ਹੈ। ਹਾਂ, ਸਭ ਤੋਂ ਸਪਸ਼ਟ ਗੱਲ ਤਾਂ ਇਹ ਮੈਂ ਪੁੱਛਣੀ ਚਾਹੁੰਦਾ ਸਰਕਾਰ ਨੂੰ ਜੀ, 1 ਨੰਬਰ ਤੇ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਇਹ ਇੱਕ ਧਾਰਾ ਪਾ ਦੇਣੀ, ਇੱਕ ਇਹ ਲਾਈਨ ਲਿਖ ਦੇਣੀ ਜੀ ਸਾਰਿਆਂ ਕਾਨੂੰਨਾਂ 'ਚ ਹੀ ਕਿ ਅਗਰ ਕਿਸਾਨ ਦਾ ਤੇ ਫਸਲ ਖਰੀਦਦਾਰ ਦਾ ਜੀ ਜਾਂ ਕੰਟਰੈਕਟਰ ਦਾ ਕੋਈ ਰੌਲਾ ਬਣਦਾ, ਝਗੜਾ ਬਣਦਾ ਹੈ, ਤਾਂ ਕਿਸਾਨ ਕੋਰਟ ਨਹੀਂ ਜਾ ਸਕੂਗਾ। ਇਹ ਆਪਣੇ ਆਪ ਦੇ ਵਿੱਚ ਕੋਰਟ ਜਾਣ ਦਾ ਕਿਸਾਨਾਂ ਦਾ ਰਾਈਟ ਖੋਹ ਲੈਣਾ ਜੀ। ਕੀ ਇਹਨੂੰ ਤੁਸੀਂ ਇਹ ਨਹੀਂ ਮੰਨਦੇ ਕਿ ਵੀ ਕਾਨੂੰਨ ਸਾਰੇ ਕਾਨੂੰਨ ਕਾਲੇ ਨੇ? ਨੰਬਰ 2, ਅੱਗੇ ਇੱਕ ਗੱਲ ਇਹਨਾਂ ਨੇ ਇਹ ਕਹੀ ਹੈ ਵੀ ਕੰਟਰੈਕਟ ਫਾਰਮਿੰਗ ਦੇ ਵਿੱਚ ਕੀ ਹੈ ਜੀ। ਕੰਟਰੈਕਟ ਫਾਰਮਿੰਗ ਦੇ ਵਿੱਚ ਬਹੁਤ ਕੁਝ ਘਾਤਕ ਹੈ, ਤੇ ਪਹਿਲਾਂ ਵਾਲਾ ਵੀ ਜਿਹੜਾ ਕੰਟਰੈਕਟ ਹੋ ਰਿਹਾ ਉਹਨੇ ਕਿਹੜਾ ਕਿਸਾਨਾਂ ਨੂੰ ਬਚਾਤਾ।
ਬਾਸਮਤੀ ਦਾ ਕੰਟਰੈਕਟ ਹੋਇਆ ਜੀ, ਉਹ ਨਹੀਂ ਸਰਕਾਰਾਂ ਨੇ ਚੱਕੀ। ਆਲੂਆਂ ਦਾ ਕੰਟਰੈਕਟ ਹੁੰਦਾ ਹੈ, ਉੱਥੇ ਕਿਹਾ ਜਾਂਦਾ ਜੀ ਇਹਦੇ ਵਿੱਚ ਦੀ ਅਸੀਂ ਆ ਕੜੇ ਦੇ ਵਿੱਚ ਦੀ ਨਿਗਾਹ ਕੇ ਦੇਖਾਂਗੇ, ਅਗਰ ਆਲੂ ਇਹਦੇ ਵਿੱਚ ਦੀ ਠੀਕ ਲੰਘਦਾ ਹੈ ਤਾਂ ਚੱਕਾਂਗੇ, ਜਿਹੜਾ ਵੱਡਾ ਉਹ ਵੀ ਨਹੀਂ ਚੱਕਣਾ, ਜਿਹੜਾ ਛੋਟਾ ਉਹ ਵੀ ਨਹੀਂ ਚੱਕਣਾ। ਕਿਸਾਨ ਦੀ 2 ਹਿੱਸੇ ਫਸਲ ਰੋਲ ਦਿੱਤੀ ਜਾਂਦੀ ਹੈ, ਤੀਜਾ ਹਿੱਸਾ ਫਸਲ ਚੱਕ ਲਈ ਜਾਂਦੀ ਹੈ। ਐਗਰੀਕਲਚਰ ਦੇ ਅੰਦਰ ਗੰਨਾ ਵੀ ਮਤਲਬ ਕੰਟਰੈਕਟ ਫਾਰਮਿੰਗ ਤੇ ਹੋ ਰਿਹਾ ਹੈ। ਉਸ ਮੁੱਦੇ ਦੇ ਉੱਤੇ ਕਿਸਾਨ ਨੂੰ ਪਹਿਲੇ ਕਾਨੂੰਨ ਦੇ ਵਿੱਚ ਕੋਰਟ ਜਾਣ ਦਾ ਰਾਈਟ ਸੀ। ਗੰਨੇ ਦੀ ਪੇਮੈਂਟ ਕਿਸਾਨਾਂ ਦੀ ਰੁਕੀ ਪਈ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਨੇ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲੇ ਦੇ ਚੁੱਕੀ ਹੈ ਕਿ ਕਿਸਾਨਾਂ ਨੂੰ ਇਹ ਪੇਮੈਂਟ ਦਿੱਤੀ ਜਾਏ। ਕਾਨੂੰਨ ਕਹਿੰਦਾ ਹੈ ਕਿ ਕਿਸਾਨ ਨੂੰ 14 ਦਿਨ ਦੇ ਵਿੱਚ ਪੇਮੈਂਟ ਦੇਣੀ ਪਏਗੀ। ਅਗਰ ਪੇਮੈਂਟ ਕਿਸਾਨ ਨੂੰ 14 ਦਿਨ ਦੇ ਵਿੱਚ ਮਿਲ ਨਹੀਂ ਦਿੰਦੀ ਤਾਂ ਉਹਦਾ ਇੰਟਰਸਟ ਵੀ ਦੇਗੀ। ਇਹ ਸਾਰਾ ਕੁਝ ਲਿਖਿਆ ਹੈ। ਇਹਦੇ ਆਧਾਰ ਦੇ ਉੱਤੇ ਹਾਈ ਕੋਰਟ ਦਾ ਫੈਸਲਾ ਆ ਚੁੱਕਿਆ ਵੀ ਕਿਸਾਨਾਂ ਦੀ ਪੇਮੈਂਟ ਦਿੱਤੀ ਜਾਏ। ਹਜੇ ਤੱਕ ਉਹਨਾਂ ਲੋਕਾਂ ਨੇ ਪੈਸੇ ਨਹੀਂ ਦਿੱਤੇ, ਇੱਥੋਂ ਦੇ ਸਿਸਟਮ ਨੇ ਹਜੇ ਤੱਕ ਕਿਸਾਨਾਂ ਨੂੰ ਪੇਮੈਂਟ ਨਹੀਂ ਦਵਾਈ ਜੀ। ਤਾਂ ਜਿੱਥੇ ਕੋਰਟ ਜਾਣ ਦਾ ਰਾਈਟ ਹੀ ਖੋਲਿਆ, ਮੇਰੀ ਗੱਲ ਸਮਝ ਰਹੇ ਹੋ, ਕੋਰਟ ਨੇ ਹੁਕਮ ਕਰਤਾ ਪੈਸੇ ਦਵਾਓ। ਪੈਸੇ ਦਵਾਉਣੇ ਕਿਹਨੇ ਆ? SDM ਪੁਲਿਸ ਨੇ, DC ਨੇ, ਉਹਨਾਂ ਨੇ ਕੋਰਟ ਦਾ ਹੁਕਮ ਲਾਗੂ ਕਰਨਾ ਹੈ ਨਾ। ਔਰ ਉਹ ਕੋਰਟ ਦੇ ਹੁਕਮ ਆਉਣ ਦੇ ਬਾਵਜੂਦ ਵੀ ਲਾਗੂ ਨਹੀਂ ਕਰ ਰਹੇ ਤੇ ਇਹਨਾਂ ਦੇ ਕੰਟਰੈਕਟ ਫਾਰਮ ਦੇ ਵਿੱਚ ਤਾਂ ਫੈਸਲਾ ਹੀ ਇਹਨਾਂ ਨੇ ਦੇਣਾ ਹੈ, ਜਿਹੜੇ ਕੋਰਟ ਦੇ ਫੈਸਲਿਆਂ ਨੂੰ ਲਾਗੂ ਨਹੀਂ ਕਰ ਰਹੇ। ਤੇ ਉਹ ਕਿਵੇਂ ਮਤਲਬ ਕਿਸਾਨ ਦੇ ਪੱਖੇ ਜਾਊਗਾ ਉਹ ਕਾਨੂੰਨ? ਉਹ ਸਾਰੇ ਦਾ ਸਾਰਾ ਕਾਨੂੰਨ ਮਤਲਬ ਕਾਲਾ ਹੈ। ਮੈਂ ਅਸੀਂ ਕਹਾਂਗੇ ਨੌ ਅਗਲੀ ਗੱਲ। ਹੁਣ ਉਹਦੇ 'ਚ ਇੱਕ ਗੱਲ ਹੈ ਕਿ ਕਿਸਾਨ ਦੀ ਫਸਲ ਖੁੱਲੇ ਅਸਮਾਨ ਦੇ ਥੱਲੇ ਪਲਣੀ ਹੈ ਜੀ। ਉਹਨੂੰ ਅਗਰ ਇਹ ਕਿਹਾ ਜਾਵੇ ਵੀ ਹੁਣ ਤੇਰੀ ਟੈਸਟ ਹੋਊਗੀ ਵੀ ਕੀ ਇਹ ਵਿਕਣ ਦੇ ਯੋਗ ਹੈ, ਕਿਹੜਾ ਗ੍ਰੇਡ ਹੈ ਜੀ, ਮੈਂ ਕਹਿੰਦਾ ਜੇਕਰ ਦਾਣਾ ਕਾਲਾ ਹੋ ਗਿਆ, ਹਵਾ ਵਗ ਗਈ ਤਾਂ ਦਾਣਾ ਕਾਲਾ ਹੋ ਜਾਣਾ ਜੀ, ਬਾਰਿਸ਼ ਪੈ ਗਈ ਰੰਗ ਮਤਲਬ ਡਿਸਕਲਰ ਹੋ ਜਾਣਾ ਤਾਂ ਉਹਨਾਂ ਉਹ ਸਾਰੀਆਂ ਸਮੱਸਿਆਵਾਂ ਦੇ ਨਾਲ ਕਿਸਾਨ ਕਿਵੇਂ ਜੂਝੇਗਾ? ਸੋ ਇਹ ਸਾਰੇ ਦਾ ਸਾਰਾ ਜਿਹੜਾ ਇਹਨਾਂ ਦਾ ਢਾਂਚਾ ਹੈ, ਸਾਰੇ ਦਾ ਸਾਰਾ ਕਿਸਾਨ ਨੂੰ ਕਿਤੇ ਨਾ ਕਿਤੇ ਲੁੱਟਣ ਦਾ ਇੱਕ ਸਾਜ਼ਿਸ਼ ਹੈ, ਛੜਯੰਤਰ ਹੈ, ਜਿਹਦੇ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਕਾਨੂੰਨ ਮਤਲਬ ਰੱਦ ਕੀਤੀ ਜਾਵੇ। ਡੱਲੇਵਾਲ ਸਾਹਿਬ, ਇੱਕ ਜਿਹੜਾ ਐਗਰੀਕਲਚਰ ਆ ਉਹ ਸਟੇਟ ਸਬਜੈਕਟ ਆ, ਤੁਸੀਂ ਸਟੇਟ ਦੀ ਕੀ ਭੂਮਿਕਾ ਮੰਨਦੇ ਹੋ? ਖਾਸ ਕਰਕੇ ਜਿਹੜੀ ਹੁਣ ਪੰਜਾਬ ਦੇ ਵਿੱਚ ਸਰਕਾਰ ਆ, ਕੀ ਭੂਮਿਕਾ ਰਹੀ ਇਸ ਅੰਦੋਲਨ ਦੇ ਵਿੱਚ? ਤੁਹਾਨੂੰ ਇਹ ਨਹੀਂ ਲੱਗਦਾ ਵੀ ਕਿੱਥੇ ਇਹਨਾਂ ਨੂੰ ਵੀ ਜੰਗ ਲੜਨੀ ਚਾਹੀਦੀ ਸੀਗੀ, ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਉਵੇਂ ਹੋਣਾ ਚਾਹੀਦਾ? ਉਵੇਂ ਹੋਇਆ ਨਹੀਂ ਜਿਵੇਂ ਹੋਣਾ ਚਾਹੀਦਾ ਸੀ। ਦੇਖੋ ਗੱਲ ਕੀ ਹੈ, ਇਹ ਤੇ ਮੈਂ ਇਹ ਕਹੂੰਗਾ ਇਹ ਸਾਰੇ ਉਹ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਸਟੇਟ ਦੇ ਰਾਈਟ ਨੂੰ ਇਗਨੋਰ ਕਰਦੇ ਆਏ ਨੇ। ਸਟੇਟ ਦੇ ਰਾਈਟਾਂ ਦੇ ਉੱਤੇ ਡਾਕਾ ਮਾਰਦੇ ਰਹੇ ਨੇ ਲਗਾਤਾਰ। ਇਹ ਲੰਮਾ ਸਮਾਂ ਕਾਂਗਰਸ ਦਾ ਸਰਕਾਰ ਰਹੀ ਹੈ ਦੇਸ਼ ਦੇ ਅੰਦਰ, ਉਹਨਾਂ ਨੇ ਵੀ ਸਟੇਟ ਦੇ ਰਾਈਟਾਂ ਦੇ ਉੱਤੇ ਡਾਕਾ ਮਾਰਿਆ ਹੈ। ਅੱਜ ਦੇ ਵਿਸ਼ੇ ਦੇ ਉੱਤੇ, ਅੱਜ ਜਿਹੜੇ ਹਾਲਾਤ ਨੇ, ਇਹਨਾਂ ਹਾਲਾਤਾਂ ਦੇ ਉੱਤੇ ਉਸ ਟੌਪਿਕ ਵੱਲ ਗੱਲ ਕਰਕੇ ਲੈ ਕੇ ਜਾਣਾ ਵਾਜਬ ਨਹੀਂ ਹੈ ਕਿ ਜਿੱਥੇ ਜਿੱਥੇ ਇਹਨਾਂ ਨੇ ਸਾਡੇ ਮਤਲਬ ਪੰਜਾਬ ਦੇ ਲੋਕਾਂ ਦੇ ਮਤਲਬ ਹੱਕਾਂ ਦੇ ਉੱਤੇ ਡਾਕਾ ਮਾਰਿਆ, ਉਹ ਇਹਨਾਂ ਦੀ ਸਰਕਾਰ ਨੇ ਮਾਰਿਆ। ਸੋ ਇਹ ਹੱਕ ਦਾ ਸਟੇਟ ਨੂੰ ਦੇਣ ਲਈ ਕੋਈ ਵੀ ਤਿਆਰ ਨਹੀਂ ਇਹਨਾਂ ਦੇ ਵਿੱਚੋਂ। ਤੇ ਜਦੋਂ ਹੱਕ ਦੇਣ ਲਈ ਤਿਆਰ ਨਹੀਂ ਤੇ ਬੋਲਣਗੇ ਕੀ? ਅਗਲੀ ਗੱਲ, ਇਹ ਜਿਹੜੇ ਕਾਨੂੰਨ ਆਏ ਨੇ, ਇਹ ਕਾਨੂੰਨ ਗੈਟ ਦਾ ਇੱਕ ਪਾਰਟ ਨੇ, ਗੈਟ ਚੋਂ ਨਿਕਲ ਕੇ ਆਏ ਨੇ ਤੇ ਗੈਟ ਦੇ ਉੱਤੇ ਸਾਈਨ ਤਾਂ ਮਤਲਬ ਨਰਸਿਮਹਾ ਰਾਓ ਨੇ ਕੀਤੇ ਆ, ਇਹਨਾਂ ਦੀ ਸਰਕਾਰ ਨੇ ਕੀਤੇ ਆ। ਤੇ ਇਹਨੂੰ ਕਿਵੇਂ ਮੰਨਾਂਗੇ ਅਸੀਂ ਕਿ ਇਹ ਲੋਕਾਂ ਦੇ ਪੱਖ 'ਚ ਖੜ ਜਾਣਗੇ? ਬਿਲਕੁਲ ਇਹਨਾਂ ਦੇ 'ਚ ਲੋਕਾਂ ਦੇ ਪੱਖ 'ਚ ਖੜਨ ਵਾਲੀ ਕੋਈ ਗੱਲ ਨਹੀਂ। ਸਿਰਫ ਮਗਰਮੱਛ ਦੇ ਹੰਝੂ ਗਰਾ ਰਹੇ ਨੇ ਲੋਕ ਔਰ ਰਾਜਨੀਤੀ ਕਰ ਰਹੇ ਨੇ, ਦੂਸਰਾ ਹੋਰ ਕੁਝ ਨਹੀਂ। ਇੱਕ ਉਹਨਾਂ ਨੇ ਇਹ ਵੀ ਪੁਆਇੰਟ ਬੜਾ ਚੱਕਿਆ ਵੀ ਹੁਣ ਕਿਸਾਨ ਜਿਹੜੇ ਲੀਡਰ ਨੇ, ਜਥੇਬੰਦੀਆਂ ਦੇ ਪ੍ਰਧਾਨ ਨੇ, ਉਹ ਇਸ ਗੱਲ ਤੋਂ ਡਰਦੇ ਨੇ ਵੀ ਲੋਕਾਂ ਨੂੰ ਅਸੀਂ ਕਿਵੇਂ ਸਮਝਾਵਾਂਗੇ, ਪੰਜਾਬ ਕਿਵੇਂ ਵਾਪਸ ਜਾਵਾਂਗੇ। ਕਿਸੇ ਦੇ ਵਿੱਚ ਜ਼ਰੂਰਤ ਨਹੀਂ ਵੀ ਇਸ ਗੱਲ ਨੂੰ ਅਸੈਪਟ ਕਰਨ ਦੀ ਤੇ ਲੋਕਾਂ ਨੂੰ ਦੱਸਣ ਦੀ। ਇਹੋ ਜਿਹੀ ਕੋਈ ਗੱਲ ਹੈਗੀ ਹੈ? ਕੋਈ ਹੈਗਾ ਫੰਡਾ? ਦੇਖੋ ਮੈਂ ਬੇਨਤੀ ਕਰਾਂ, ਇੱਕ ਮੈਨੂੰ ਇਹ ਦੱਸਣਾ ਜੀ ਕਿ ਜਿਹੜੇ ਤਰੀਕੇ ਨਾਲ ਇਹ ਫੈਸਲਾ ਕਰਨਾ ਚਾਹੁੰਦੇ ਆ, ਜੋ ਕਿਸਾਨਾਂ ਨੂੰ ਅੱਧਾ ਅਧੂਰਾ ਫੈਸਲਾ ਦੇਣਾ ਚਾਹੁੰਦੇ, ਜਿਵੇਂ ਮਤਲਬ ਕਹਿੰਦੇ ਆ ਵੀ ਅਸੀਂ 2 ਸਾਲ ਲਈ ਇਹਨਾਂ ਨੂੰ ਹੋਲਡ ਕਰਨ ਲਈ ਤਿਆਰ ਹਾਂ ਜਾਂ ਅਮੈਂਡਮੈਂਟ ਕਰਨ ਲਈ ਤਿਆਰ ਹਾਂ। ਅਮੈਂਡਮੈਂਟ ਲੋਕ ਕੀ ਆ, ਲੋਕਾਂ ਨੂੰ ਛੱਡੋ ਜੀ, ਸਾਡੀ ਬੁੱਧੀ ਨਹੀਂ ਕੰਮ ਕਰਦੀ ਕਿ ਅਮੈਂਡਮੈਂਟ ਦੇ ਨਾਲ ਜਿਹੜਾ ਉਹ ਆਪਣਾ APMC ਮੰਡੀ ਦੇ ਜਾਣ ਨੂੰ ਤਾਂ ਖਤਰਾ ਉਵੇਂ ਹੀ ਹੈ। APMC ਮੰਡੀ ਤਾਂ ਬਰਬਾਦ ਹੋਣੀ ਹੈ ਅਗਰ ਅਸੀਂ ਇਹਨਾਂ ਨੂੰ ਮਤਲਬ ਸੌਦਾ ਕਰਵਾ ਕੇ ਮੁੜ ਜਾਂਦੇ ਹਾਂ। ਜਾਂ ਹੋਲਡ ਦੀ ਵੀ ਜੇ ਗੱਲ ਆਉਂਦੀ ਹੈ 2 ਸਾਲ 3 ਸਾਲ 4 ਸਾਲ ਬਾਅਦ ਤਾਂ ਫਿਰ ਇਹ ਕਾਨੂੰਨ ਲਾਗੂ ਹੋਣੇ ਆ ਨਾ। ਅਗਰ ਅਸੀਂ ਹੋਲਡ ਤੇ ਮੰਨਦੇ ਹਾਂ ਤੇ ਅਸੀਂ ਕਿਵੇਂ ਮੰਨਾਂਗੇ ਵੀ ਮਤਲਬ ਅਸੀਂ ਕੋਈ ਇਹ ਗੱਲ ਕਹਿ ਰਹੇ ਹੈ ਵੀ ਜਿਵੇਂ ਤੁਸੀਂ ਚਾਹੋਗੇ ਉਵੇਂ ਕਰ ਦਿੰਨੇ ਆ, ਇਹ ਬਾਕੀ ਸਾਰੀਆਂ ਚੀਜ਼ਾਂ ਕਰਦੇ ਨੇ, ਜਿਵੇਂ ਤੁਸੀਂ ਚਾਹੋਗੇ ਆਪਦੇ ਵੱਲੋਂ ਪ੍ਰਪੋਜ਼ਲ ਦੇ ਦਿਓ, ਉਹ ਚੀਜ਼ ਬਣਾ ਦਿੰਨੇ ਆ। ਨਹੀਂ, ਇਹਨੂੰ ਰੱਦ ਕਰਨਾ, ਇਹਨੂੰ ਰੱਦ ਕਰੇ ਸਰਕਾਰ, ਅਸੀਂ ਹੋਰ ਕੀ ਪ੍ਰਪੋਜ਼ਲ ਦੇਣੀ ਹੈ? ਦੇਖੋ ਸਾਡੇ ਤੋਂ ਪ੍ਰਪੋਜ਼ਲ ਮੰਗਣੀ ਇੱਕ ਮਤਲਬ ਮੂਰਖ ਹੋਣ ਦੀ ਨਿਸ਼ਾਨੀ ਆ। ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਦਿਆਨਤਦਾਰੀ ਦੇ ਨਾਲ ਗਲਤ ਕਰ ਬੈਠੀ, ਗਲਤ ਕਰ ਲਿਆ, ਲੋਕਾਂ ਤੋਂ ਬਗੈਰ ਪੁੱਛਿਆ ਕਰ ਲਿਆ। ਇਹਨਾਂ ਦੇ ਆਪਦੇ ਸਮਰਥਕ ਜਿਹੜੀਆਂ ਜਥੇਬੰਦੀਆਂ ਉਹ ਇਹਨਾਂ ਨੂੰ ਜਵਾਬ ਦੇ ਰਹੀਆਂ ਨੇ, ਉਹ ਲੋਕ ਸਵਾਲ ਪੁੱਛ ਰਹੇ ਨੇ, ਇਹਨਾਂ ਦੀ ਆਪਦਾ ਹੀ ਹਿੱਸਾ ਹੈ।
RSS ਦਾ ਕਿਸਾਨ ਵੰਗ ਇਹਨਾਂ ਨੂੰ ਮਤਲਬ ਸਵਾਲ ਕਰ ਰਿਹਾ ਹੈ ਕਿ ਤੁਸੀਂ ਗਲਤ ਕੀਤੀ ਹੈ ਇਹ ਜਿਹੜਾ ਕੁਝ ਕੀਤਾ ਹੈ, ਤਾਂ ਇਹਨਾਂ ਨੂੰ ਮਤਲਬ ਆਪਦੀ ਸਮਝਦਾਰੀ ਦੇ ਨਾਲ ਇਹ ਕਾਨੂੰਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ ਤਾਂ ਕਿ ਦੇਸ਼ ਦੇ ਕਿਸਾਨਾਂ ਨੂੰ ਬਚਾਇਆ ਜਾ ਸਕੇ, ਕਾਰਪੋਰੇਟ ਲੋਕਾਂ ਤੋਂ ਬਚਾਇਆ ਜਾ ਸਕੇ ਔਰ ਅਮਰੀਕਾ ਵਰਗੇ ਦੇਸ਼ਾਂ ਦੇ ਕਬਜ਼ੇ ਤੋਂ ਦੇਸ਼ ਨੂੰ ਬਚਾਇਆ ਜਾ ਸਕੇ। ਹੁਣ ਮੈਂ ਡੱਲੇਵਾਲ ਸਾਹਿਬ ਅਗਲੀ ਗੱਲ ਤੇ ਆਊਂਗਾ, ਜ਼ਿਆਦਾ ਵਕਤ ਨਹੀਂ ਲਊਂਗਾ ਤੁਹਾਡਾ। ਸੋਸ਼ਲ ਮੀਡੀਆ ਤੇ ਵੀ ਜ਼ਿਆਦਾ ਹਿਲਜੁਲ ਹੁੰਦੀ ਆ, ਕਈ ਗੱਲਾਂ ਸੱਚੀਆਂ ਕਈ ਗੱਲਾਂ ਝੂਠੀਆਂ, ਤੁਹਾਨੂੰ ਵੀ ਪਤਾਗਾ। ਅੰਦੋਲਨ ਨੇ ਵੀ ਕਈ ਚੀਜ਼ਾਂ ਦਾ ਸਾਹਮਣਾ ਕੀਤਾਗਾ, ਬੜੇ ਤਕੜੇ ਦਿਲ ਦੇ ਨਾਲ ਸਾਹਮਣਾ ਕੀਤਾਗਾ। ਤੁਹਾਨੂੰ ਲੱਗਦਾਗਾ ਜਿਹੜਾ ਇੱਕ ਪਹਿਲਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਾਮਰੇਡ ਵਰਸਸ ਸਿੱਖ, ਹੁਣ ਜਥੇਬੰਦੀਆਂ ਵਰਸਸ ਨੌਜਵਾਨ, ਖਾਸ ਕਰਕੇ ਮਹਾਰਾਜ ਰੈਲੀ ਦੀ ਜੇ ਬਾਅਦ ਦੀ ਗੱਲ ਕਰਦੇ ਆ, ਇਸ ਚੀਜ਼ ਨੂੰ ਵੀ ਕਿਤੇ ਨਾ ਕਿਤੇ ਉਵੇਂ ਨਹੀਂ ਹੈਂਡਲ ਕੀਤਾ ਗਿਆ ਜਿਵੇਂ ਕਰਨਾ ਚਾਹੀਦਾ ਸੀ, ਕਿਤੇ ਨਾ ਕਿਤੇ ਕੁਝ ਦੇਰੀ ਹੋਈ ਹੈ ਤੁਹਾਨੂੰ ਲੱਗਦਾ? ਜਾਂ ਖਾਸ ਕਰਕੇ ਜਿਹੜੀ ਆਪਾਂ ਮੁਲਾਕਾਤ ਕੀਤੀ ਸੀ ਉਸ 'ਚ ਬੜਾ ਆਇਆ ਵੀ ਤੁਸੀਂ ਡੱਲੇਵਾਲ ਸਾਹਿਬ ਨੂੰ ਇਹ ਨਹੀਂ ਪੁੱਛਿਆ ਵੀ ਤੁਸੀਂ ਲੱਖੇ ਸਿਧਾਣੇ ਨੂੰ ਫੋਨ ਕੀਤਾ ਜਾਂ ਨਹੀਂ। ਤੁਹਾਨੂੰ ਲੱਗਦਾ ਜਿਹੜਾ IT ਵਿੰਗ ਦੀ ਗੱਲ ਹੁੰਦੀ ਹੈ ਵੀ BJP ਦਾ IT ਸੈੱਲ ਕੰਮ ਕਰਦਾ ਗਾ, ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਵੀ ਸੋਸ਼ਲ ਮੀਡੀਆ ਤੇ ਇੱਕ ਇਹੋ ਜਿਹੀ ਚੀਜ਼ ਆਉਂਦੀ ਆ ਆਪਣੇ ਬੰਦਿਆਂ ਦੁਆਰਾ ਜਾਂ ਕਿਸੇ ਹੋਰ ਦੇ ਬੰਦਿਆਂ ਦੁਆਰਾ, ਤੇ ਉਹ ਇਦਾਂ ਪ੍ਰਚਾਰੀ ਜਾਂਦੀ ਹੈ, ਫਿਰ ਲੋਕਾਂ ਨੂੰ ਹੀ ਨਹੀਂ ਪਤਾ ਲੱਗਦਾ ਵੀ ਅਸੀਂ IT ਵਿੰਗ ਦਾ ਆਪ ਹੀ ਕੰਮ ਕਰੀ ਜਾਂਦੇ। ਦੇਖੋ ਮੈਂ ਗੱਲ ਕਰਦਾ ਜੀ, ਇਹ 100% ਹੈ, ਲੋਕਾਂ ਨੂੰ ਪਤਾ ਵਾਕਿਆ ਨਹੀਂ ਲੱਗ ਰਿਹਾ ਕਿ ਜਿਹੜਾ IT ਵਿੰਗ ਮਤਲਬ ਵਿੱਚ ਸਾਡੇ ਵਿੱਚ ਪਾੜਾ ਪਾਉਣ ਵਾਲੇ ਵਾਸਤੇ ਕੋਈ ਛੱਡ ਦਿੰਦਾ ਹੈ ਨਾ, ਉਹ ਲੋਕ ਉਹਨੂੰ ਫਿਰ ਮਤਲਬ ਸਮਝ ਨਹੀਂ ਰਹੇ ਹੁੰਦੇ ਵੀ ਇਹ ਕਿੱਧਰੋਂ ਆਈ ਆ ਗੱਲ। ਲੱਖੇ ਨੇ ਇੱਕ ਵੀ ਗੱਲ ਮਹਾਰਾਜ ਰੈਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਖਿਲਾਫ ਨਹੀਂ ਕੀਤੀ, ਔਰ ਅਸੀਂ ਕਿਉਂ ਕਹਾਂਗੇ ਵੀ ਸਾਡਾ ਯੂਥ ਫਿਰ ਕਿੱਥੋਂ ਸਿੱਧ ਹੁੰਦਾ ਹੈ ਕਿ ਯੂਥ ਸਾਡੇ ਤੋਂ ਨਿਖੜਿਆ। ਉਹ ਤਾਂ ਇਹ ਕਹਿ ਰਿਹਾ ਵੀ ਇਹ ਸਾਰੇ ਯੂਥ ਨੂੰ ਇਹ ਵਾਰ-ਵਾਰ ਕਹਿ ਰਿਹਾ ਹੈ ਕਿ ਆਪਾਂ ਅੰਦੋਲਨ ਜਿੱਤਣਾ ਹੈ ਔਰ ਕਿਸਾਨ ਜਥੇਬੰਦੀਆਂ ਦੇ ਮਗਰ ਲੱਗ ਕੇ ਜਿੱਤਣਾ ਹੈ, ਤਾਂ ਫਿਰ ਇਹ ਗੱਲ ਕਿੱਥੋਂ ਆ ਰਹੀ ਹੈ ਕਿ ਉਹ ਕਿੱਥੋਂ ਸਿੱਧ ਹੁੰਦਾ ਵੀ ਲੱਖਾ ਪਾਟਿਆ ਸਾਡੇ ਨਾਲੋਂ। ਇਹ ਸਿਰਫ ਮਤਲਬ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ BJP ਦੇ ਜਾਂ ਹੋਰ ਸਾਡੇ ਦੁਸ਼ਮਣ ਲੋਕ ਨੇ ਜਿਹੜੇ, ਉਹਨਾਂ ਦੇ ਜਿਹੜੇ IT ਸੈੱਲ ਨੇ ਉਹ ਸਾਡੇ ਮਤਲਬ ਦੇ ਪੰਜਾਬ ਦੇ ਅੰਦਰ ਔਰ ਦੇਸ਼ ਦੇ ਅੰਦਰ ਯੂਥ ਔਰ ਮਤਲਬ ਲੀਡਰਸ਼ਿਪ ਕਿਸਾਨ ਜਥੇਬੰਦੀਆਂ ਦੇ ਅੰਦਰ ਇੱਕ ਪਾੜਾ ਪਾਉਣ ਦੀ ਯਤਨ ਕਰ ਰਹੇ ਨੇ। ਪਰ ਮੈਨੂੰ ਨਹੀਂ ਲੱਗਦਾ ਕਿ ਸਾਡੇ ਨੌਜਵਾਨ ਇਸ ਗੱਲ ਨੂੰ ਸਮਝਣਗੇ। ਬਿਲਕੁਲ ਇਹਨਾਂ ਦੀ ਕਿਸੇ ਗੱਲ 'ਚ ਨਹੀਂ ਆਉਣਗੇ। ਜਿਸ ਦਿਨ ਜਿਵੇਂ ਆਪਾਂ ਵੇਖ ਲਿਆ ਕਿ ਉੱਥੇ ਏਡੀ ਵੱਡੀ ਰੈਲੀ ਹੋਈ ਔਰ ਉਸ ਰੈਲੀ ਦੇ ਵਿੱਚ ਇਹੀ ਫੈਸਲੇ ਲਏ ਗਏ ਔਰ ਇਹੀ ਕਿਹਾ ਗਿਆ ਕਿ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਹੈ ਔਰ ਅਸੀਂ ਉਹਨਾਂ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ। ਹੁਣ ਆਪਾਂ ਉਹ ਗੱਲ ਵੀ ਕਲੀਅਰ ਕਰ ਲਈ ਜਿਹੜੀ ਦੀ ਬਾਹਲੀ ਚਰਚਾ ਹੁੰਦੀ ਹੈ, ਤੁਸੀਂ 25 ਨੂੰ ਫੋਨ ਕੀਤਾ ਸੀ ਕਿ ਨਹੀਂ ਲੱਖੇ ਸਿਧਾਣੇ? ਦੇਖੋ ਲੱਖੇ ਸਿਧਾਣੇ ਦੇ ਨਾਲ 25 ਤਰੀਕ ਨੂੰ ਸਾਡੀ ਇੱਕ ਮੀਟਿੰਗ ਹੋਈ ਸੀ ਜੀ। ਉਸ ਮੀਟਿੰਗ ਦੇ ਵਿੱਚ ਸਾਡੀ ਕੋਸ਼ਿਸ਼ ਇਹ ਸੀਗੀ ਕਿ ਅਸੀਂ ਸਾਰੇ ਉਹਨਾਂ ਬੰਦਿਆਂ ਦੇ ਨਾਲ, ਜਿਵੇਂ ਇਕੱਲੇ ਲੱਖੇ ਨਾਲ ਨਹੀਂ, ਸਾਡੀ ਮੀਟਿੰਗ ਪੰਧੇਰ ਸਾਹਿਬ ਨਾਲ ਵੀ ਹੋਈ ਸੀ ਕਿਉਂਕਿ ਪੰਧੇਰ ਸਾਹਿਬ ਇੱਕ ਐਲਾਨ ਕਰ ਚੁੱਕੇ ਸੀ ਉਹਨਾਂ ਦੀ ਜਥੇਬੰਦੀ ਕਿ ਅਸੀਂ ਮਤਲਬ ਰਿੰਗ ਰੋਡ ਤੇ ਹੀ ਜਾਵਾਂਗੇ ਜੀ। ਸਾਨੂੰ ਐਂ ਲੱਗਦਾ ਸੀਗਾ ਕਿ ਰਿੰਗ ਰੋਡ ਦੇ ਉੱਤੇ ਸਰਕਾਰ ਦੀ ਜਿਹੜੀ ਚਾਲ ਹੈ ਉਹ ਚਾਲ ਸਰਕਾਰ ਕਾਮਯਾਬ ਹੋਏਗੀ ਜੀ। ਉਹ ਤੋਂ ਕਿਵੇਂ ਨਾ ਕਿਵੇਂ ਅਸੀਂ ਆਪਦੇ ਸਾਰੇ ਸਾਥੀਆਂ ਨੂੰ ਮੋੜਨ ਦਾ ਯਤਨ ਕਰੀਏ, ਆਪਾਂ ਸਮਝਾ ਬੁਝਾ ਕੇ ਇਹਨੂੰ ਸਹੀ ਰਸਤੇ ਤੇ ਲੈ ਕੇ ਚੱਲੀਏ ਜੀ। ਉਹ ਅਸੀਂ ਕਰ ਰਹੇ ਸੀ, ਲੇਕਿਨ ਉਹਨਾਂ ਨੇ ਸਾਨੂੰ ਮਤਲਬ ਉਸ ਗੱਲ ਦੇ ਉੱਤੇ ਜੋ ਹੋਇਆ ਉਹਨਾਂ ਨੇ ਜਿਵੇਂ ਦਾ ਜਵਾਬ ਦਿੱਤਾ ਉਹ ਗੱਲ ਸੈਪਰੇਟ ਇਸ਼ੂ ਰਹਿ ਗਿਆ ਜੀ। ਉਸ ਤੋਂ ਬਾਅਦ ਸਾਡੀ ਲੱਖੇ ਨਾਲ ਵੀ ਮੀਟਿੰਗ ਹੋਈ। ਲੱਖੇ ਨੇ ਸਾਡੇ ਨਾਲ ਵਾਅਦਾ ਕਰਿਆ ਸੀਗਾ ਇਹ ਕਿ ਜਥੇਬੰਦੀਆਂ ਪ੍ਰੋਗਰਾਮ ਦੇਣ ਔਰ ਯੂਥ ਨੂੰ ਕੰਟਰੋਲ ਕਰਾਂਗੇ ਅਸੀਂ, ਬਿਲਕੁਲ ਯੂਥ ਸਾਡੇ ਤੋਂ ਬਾਹਰ ਨਹੀਂ ਜਾਂਦਾ ਔਰ ਯੂਥ ਨੂੰ ਅਸੀਂ ਰੋਕਾਂਗੇ ਜੀ। ਔਰ ਉਸ ਗੱਲ ਦੇ ਵਿੱਚੋਂ ਜਿਹੜਾ ਲੱਖੇ ਦੇ ਅਨੁਸਾਰ ਜਥੇਬੰਦੀਆਂ ਨੇ ਪ੍ਰੋਗਰਾਮ ਵੀ ਦਿੱਤਾ ਜੀ ਕਿ ਅਸੀਂ ਪਹਿਲੀ ਆਪਣਾ ਫਰਵਰੀ ਨੂੰ ਜੇਲ੍ਹ ਵੱਲ ਮਤਲਬ ਪਾਰਲੀਮੈਂਟ ਵੱਲ ਜਥੇ ਭੇਜਾਂਗੇ ਔਰ ਉਹਨਾਂ ਜਥਿਆਂ ਨੂੰ ਸਰਕਾਰ ਅੱਗੇ ਸਾਨੂੰ ਕੀ ਅਸੀਂ ਪਾਰਲੀਮੈਂਟ ਦਾ ਘਿਰਾਓ ਕਰਦੇ ਆ ਜਾਂ ਸਰਕਾਰ ਸਾਨੂੰ ਜੇਲ੍ਹ ਜਾਂਦੀ ਹੈ, ਜੇਲ੍ਹ ਜਾਂਦੀ ਤੋਂ ਉਸ ਤੋਂ ਅਗਲਾ ਹੋਰ ਜਥਾ ਤੋਰਾਂਗੇ। ਇਹ ਸਾਡੀ ਵਿਉਂਤਬੰਦੀ ਹੋ ਚੁੱਕੀ ਸੀ ਔਰ ਉਹਦੇ ਵਿੱਚ ਲੱਖੇ ਨੇ ਇੱਕ ਜ਼ਿੰਮੇਵਾਰੀ ਲਈ ਕਿ ਵੀ ਮੈਂ ਮਤਲਬ ਯੂਥ ਨੂੰ ਸੰਭਾਲ ਲਾਂਗੇ ਜੀ। ਤਾਂ ਮੈਨੂੰ ਲੱਗਦਾ ਸੀਗਾ ਕਿਉਂਕਿ ਮੈਂ ਲੱਖੇ ਨੂੰ ਮਤਲਬ ਉਹ ਨਹੀਂ ਮੰਨ ਕੇ ਚੱਲਿਆ ਕਦੇ ਵੀ ਕਿ ਵੀ ਇਹ ਕੋਈ ਮਤਲਬ ਜਥੇਬੰਦੀਆਂ ਦਾ ਵਿਰੋਧੀ ਹੋਏਗਾ ਜਾਂ ਕੋਈ, ਮੈਨੂੰ ਲੱਗੀ ਵੀ ਨਹੀਂ ਸੀ ਗੱਲ ਕੋਈ। ਤਾਂ ਮੈਂ ਉਹਦੇ 'ਚ ਇਹ ਗੱਲ ਇਹਨੂੰ ਕਹੀ ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਉੱਥੇ ਰੌਲਾ ਪੈ ਗਿਆ ਸਟੇਜ 'ਤੇ ਕੋਈ ਲੜਕਿਆਂ ਨੇ ਜਾ ਕੇ ਮਤਲਬ ਮਾੜਾ ਮੋਟਾ ਰੌਲਾ ਰੱਪਾ ਪਾਇਆ, ਤਾਂ ਮੈਂ ਆਪਣੀ ਇੱਕ ਜ਼ਿੰਮੇਵਾਰੀ ਸਮਝਦਿਆਂ ਹੋਇਆ ਮੈਨੂੰ ਟੈਲੀਫੋਨ ਕੀਤਾ ਕਿ ਜਿਸ ਤਰ੍ਹਾਂ ਦੀ ਮੇਰੀ ਨਾਲ ਤੇਰੀ ਗੱਲਬਾਤ ਹੋਈ ਹੈ ਉਹਦੇ ਮੁਤਾਬਕ ਭਾਈ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤਾ ਤੇ ਯੂਥ ਨੂੰ ਸਮਝਾ ਜਾ ਕੇ ਦੱਸ ਤਾਂ ਕਿ ਵੀ ਮਤਲਬ ਉਹ ਕੰਟਰੋਲ ਕਰੋ ਜਾ ਕੇ। ਇਹ ਗੱਲ ਹੋਈ ਸੀ, ਗੱਲਬਾਤ ਹੋਈ ਸੀ। ਹਾਂ, ਜੇ ਹੁਣ ਆਪਾਂ ਗਾਂਹ ਵਾਲੀ ਗੱਲ ਦੀ ਗੱਲ ਕਰਦੇ ਹਾਂ, ਮਹਾਰਾਜ ਰੈਲੀ ਹੋਈ, ਰਾਜੇਵਾਲ ਸਾਹਿਬ ਦਾ ਵੀ ਬਿਆਨ ਆਇਆ ਵੀ ਲੱਖਾ ਸਿਧਾਣਾ ਸਾਡੇ ਤੋਂ ਵੱਖ ਨਹੀਂ,
ਜਿਹੜੇ ਗਿਲੇ ਸ਼ਿਕਵੇ ਹੁਣ ਦੂਰ ਹੋ ਗਏ, ਕਿਉਂਕਿ ਵਿਚਾਰਾਂ 'ਚ ਮਤਭੇਦ ਹੋ ਸਕਦਾ ਗਾ, ਪਰ ਜਿਹੜਾ ਟੀਚਾ ਗਾ ਸਾਰਿਆਂ ਦਾ ਜਿਹੜਾ ਇੱਕ ਨਿਸ਼ਾਨੇ ਤੇ ਪਹੁੰਚਣਾ, ਉਹ ਨਿਸ਼ਾਨਾ ਇੱਕ ਆ। ਹੁਣ ਕੋਈ ਗੱਲਬਾਤ ਹੋਈ ਹੈ, ਕਿਉਂਕਿ ਹੁਣ ਵੀ ਮੋਸਟ ਵਾਂਟਡ ਆ ਤੇ ਲੱਖ ਰੁਪਏ ਦਾ ਨਾਮ ਵੀ ਆ, ਹਾਲਾਂਕਿ ਪਰਚੇ ਤੁਹਾਡੇ ਲੋਕਾਂ ਤੇ ਵੀ ਨੇ, ਜਥੇਬੰਦੀਆਂ ਦੇ ਆਗੂ ਤੇ ਵੀ ਨੇ, ਹੋਰ ਵੀ ਬਹੁਤ ਸਾਰਿਆਂ ਤੇ ਆ। ਹੁਣ ਕੋਈ ਗੱਲਬਾਤ ਹੋਈ ਆ? ਨਹੀਂ, ਹਜੇ ਇਹਨਾਂ ਦਿਨਾਂ ਦੇ ਵਿੱਚ ਲੱਖੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ। ਤੇ ਮੈਨੂੰ ਲੱਗਦਾ ਵੀ ਇਹ ਇਸ਼ੂ ਆ ਜਿਹੜਾ ਇਹ SKM ਦਾ ਇਸ਼ੂ ਹੈ। ਅਗਰ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਹੁੰਦੀ ਹੈ ਤਾਂ ਸਾਰਾ SKM ਨੇ ਬੈਠ ਕੇ ਮਤਲਬ ਵਿਚਾਰ ਚਰਚਾ ਕਰਨ ਦਾ ਇਸ਼ੂ ਜ਼ਰੂਰ ਹੈਗਾ, ਲੇਕਿਨ ਸਾਡਾ ਲੱਖੇ ਨਾਲ ਕੋਈ ਕਿਸੇ ਤਰ੍ਹਾਂ ਦਾ ਉਹ ਨਹੀਂ ਹੈ। ਲੱਖਾ ਸਾਡਾ ਪੰਜਾਬ ਦਾ ਪੰਜਾਬੀ ਹੈ, ਔਰ ਪੂਰਾ ਪੰਜਾਬ, ਮੈਨੂੰ ਨਹੀਂ ਲੱਗਦਾਗਾ ਵੀ ਲੱਖੇ ਨੂੰ ਕੋਈ ਮਤਲਬ ਪਰਾਂ ਕਰਕੇ ਸਿੱਟੇਗਾ। ਪੂਰਾ ਪੰਜਾਬ ਲੱਖੇ ਦੇ ਨਾਲ ਰਹੂਗਾ। ਇੱਕ ਜਥੇਬੰਦੀਆਂ ਦਾ ਇਹ, ਜੇ ਕੋਈ ਸਟੇਜ ਤੇ ਗਲਤ ਚੀਜ਼ ਹੁੰਦੀ ਆ ਜਾਂ ਕੋਈ ਆਪਸ ਦੇ ਵਿੱਚ ਕੁਝ ਮਤਭੇਦ ਹੁੰਦੇ ਆ, ਜਿਵੇਂ ਚੜੂਨੀ ਸਾਹਿਬ ਨੇ ਮੀਟਿੰਗਾਂ ਕਰੀਆਂ ਸੀਗੀਆਂ, ਫਿਰ ਜਿਵੇਂ ਸੁਰਜੀਤ ਸਿੰਘ ਫੂਲ ਤੇ ਸੰਘਾ ਸਾਹਿਬ ਨੂੰ ਆਊਟ ਕੀਤਾ ਗਿਆ, ਫਿਰ ਅੰਦਰ ਲਿਆ ਗਿਆ, ਮਤਲਬ ਸਜ਼ਾ ਲੱਗਦੀ ਆ। ਜਥੇਬੰਦੀਆਂ ਦਾ ਇੱਕ ਆਪਣਾ ਕਾਇਦਾ ਕਾਨੂੰਨ ਆ, ਆਪਣੀ ਰੂਲ ਬੁੱਕ ਆ ਇੱਕ। ਉਹਦੇ ਵਿੱਚ ਜਿਹੜੇ ਲੋਕਾਂ ਨੇ ਸਟੇਜ ਦੇ ਉੱਤੋਂ ਬੜੀ ਇਹੋ ਜਿਹੀ ਸ਼ਬਦ ਬੋਲੇ ਗਏ, ਖਾਸ ਕਰਕੇ ਜੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਗੱਲ ਹੁੰਦੀ ਆ, ਮੈਂ ਨਾਂ ਲੈ ਕੇ ਹੀ ਗੱਲ ਕਰੂੰਗਾ, ਉਦੋਂ ਬਾਅਦ ਬੜੀ ਇੱਕ ਚਰਚਾ ਛਿੜੀ। ਤੁਹਾਨੂੰ ਇਹ ਨਹੀਂ ਲੱਗਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਜਿਹੜੇ ਬੁੱਧੀਜੀਵੀ ਲੋਕ ਆ, ਉਹਨਾਂ ਨੇ ਕਿ ਇਹ ਵੀ ਹੈਗਾ ਵੀ ਜੇ ਉਹ ਇਹ ਚੀਜ਼ ਨਾ ਹੁੰਦੀ ਸਟੇਜ ਤੇ ਤਾਂ ਮੁੰਡਿਆਂ ਦੇ ਉੱਤੇ ਪਰਚੇ ਵੀ ਨਹੀਂ ਹੋਣੇ ਸੀ, ਮੁੰਡੇ ਜੇਲ੍ਹਾਂ ਦੇ ਵਿੱਚ ਵੀ ਨਹੀਂ ਡੱਕੇ ਜਾਣੇ ਸੀ, ਸਰਕਾਰ ਦੇ ਉੱਤੇ ਉਵੇਂ ਹੀ ਪ੍ਰੈਸ਼ਰ ਰਹਿਣਾ ਸੀ। ਸਰਕਾਰ ਨੂੰ ਇੱਕ ਹੋਰ ਤਰ੍ਹਾਂ ਦਾ ਮੂਵ ਮਿਲ ਗਿਆ, ਸਰਕਾਰ ਅਪ ਹੈਂਡ ਹੋ ਗਈ, ਜਿਹੜਾ ਨਹੀਂ ਹੋਣਾ ਚਾਹੀਦਾ ਸੀ। ਇਸ ਗੱਲ ਨੂੰ ਕਿਵੇਂ ਦੇਖਦੇ? ਦੇਖੋ, ਇਹ ਗੱਲ ਹਰ ਇੱਕ ਦੀ ਆਪਣੀ ਆਪਣੀ ਸਮਝ ਹੈ ਜੀ, ਲੇਕਿਨ ਇਹ ਜਿਹੜਾ ਉਹ ਬੋਲਿਆ, ਉਸ ਬੋਲਣ ਤੋਂ ਬਾਅਦ ਅਗਲੇ ਦਿਨ ਹੀ ਮੀਟਿੰਗ ਦੇ ਵਿੱਚ ਬੜਾ ਸਖਤੀ ਨਾਲ ਇਹ ਫੈਸਲਾ ਹੋਇਆ ਕਿ ਬਿਲਕੁਲ ਕੋਈ ਅਜਿਹਾ ਸ਼ਬਦ ਕਿਸੇ ਦੇ ਖਿਲਾਫ ਨਹੀਂ ਬੋਲਿਆ ਜਾਣਾ ਚਾਹੀਦਾ, ਔਰ ਇਹਨੂੰ ਅਜਿਹਾ ਬੋਲਣਾ ਮਤਲਬ ਬੰਦ ਕਰੋ। ਮੇਰਾ ਖਿਆਲ ਹੈ ਤੁਸੀਂ ਮੇਰੀ ਕਦੇ ਵੀ ਕੋਈ ਸਪੀਚ ਚੱਕੋ, ਮੈਂ ਕਦੇ ਵੀ ਮੇਰੇ ਵੱਲੋਂ ਕਿਸੇ ਲੀਡਰ ਦੇ ਖਿਲਾਫ, ਕਿਸੇ ਨੌਜਵਾਨ ਦੇ ਖਿਲਾਫ, ਕਿਸੇ ਜਥੇਬੰਦੀ ਦੇ ਖਿਲਾਫ ਅੱਜ ਤੱਕ ਮੈਂ ਕੋਈ ਮਤਲਬ ਸਟੇਟਮੈਂਟ ਨਹੀਂ, ਕੋਈ ਮੇਰਾ ਬਿਆਨ ਨਹੀਂ ਹੁੰਦਾ, ਕਿਉਂਕਿ ਅਸੀਂ ਸਮਝਦੇ ਹਾਂ ਕਿ ਸਾਨੂੰ ਇਕੱਠੇ ਹੋ ਕੇ ਹੀ ਲੜਾਈ ਲੜਨੀ ਪੈਣੀ ਹੈ। ਔਰ ਯੂਥ ਹੈ ਜਿਹੜਾ ਸਾਡਾ, ਅਸੀਂ ਮੰਨ ਲਓ ਆ ਲੜਾਈ ਜਿੱਤ ਵੀ ਲਵਾਂਗੇ, ਸਪੋਜ਼ ਕਰੋ ਜਿੱਤ ਵੀ ਲਵਾਂਗੇ, ਤਾਂ ਸਾਨੂੰ ਅਗਲੀਆਂ ਲੜਾਈਆਂ ਲੜਨ ਵਾਸਤੇ ਜਿਹੜੀਆਂ ਅੱਗੇ ਬਹੁਤ ਵੱਡੀਆਂ ਲੜਾਈਆਂ ਖੜੀਆਂ ਨੇ, ਜਿਹੜੀ WTO ਦੇ ਖਿਲਾਫ ਲੜਾਈ ਹੈ, ਉਹਦੇ ਵਾਸਤੇ ਸਾਨੂੰ ਸਾਡੇ ਯੂਥ ਨੂੰ ਹੀ ਤਿਆਰ ਕਰਨਾ ਪੈਣਾ, ਔਰ ਉਹਨਾਂ ਦੇ ਵਿੱਚੋਂ ਲੀਡਰ ਮਤਲਬ ਪੈਦਾ ਕਰਨੇ ਪੈਣੇ ਆ। ਉਹ ਅਸੀਂ ਕਿੰਨਾ ਕੁ ਚਿਰ ਲੜ ਸਕਾਂਗੇ? ਇਹ ਲੜਾਈਆਂ ਲੜਨ ਵਾਸਤੇ ਬਹੁਤ ਲੰਬਾ ਸਮੇਂ ਦੀ ਲੋੜ ਹੈ। ਤੋ ਉਹ ਸਾਡਾ ਯੂਥ ਹੈ, ਸਾਡੇ ਬੱਚੇ ਨੇ, ਉਹ ਅਸੀਂ ਉਹਨਾਂ ਨੂੰ ਆਪਦੇ ਬੁੱਕਲ 'ਚ ਲੈ ਕੇ, ਆਪਦੇ ਕਲਾਵੇ ਦੇ ਵਿੱਚ ਲੈ ਕੇ ਚੱਲਾਂਗੇ, ਔਰ ਸਾਡਾ ਕੋਈ ਕਿਸੇ ਨਾਲ ਫਰਕ ਨਹੀਂ ਹੈ। ਡੱਲੇਵਾਲ ਸਾਹਿਬ, ਸੰਯੁਕਤ ਮੋਰਚਾ ਸੰਯੁਕਤਾ ਕੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਤੇ ਸੰਘਰਸ਼ ਕਮੇਟੀ ਇਹ ਵੀ ਸੰਯੁਕਤ ਨੇ, ਤੁਹਾਡੇ ਨਾਲ ਨੇ? ਦੇਖੋ, ਇਹ ਸੰਯੁਕਤ ਮੋਰਚੇ ਦਾ ਪਾਰਟ ਨਹੀਂ ਬਣੇ, ਇਹ ਹਮੇਸ਼ਾ ਬਾਹਰ ਰਹੇ। ਇਹ ਇਹਨਾਂ ਦੀ ਸਮਝ ਹੈ, ਕਿਵੇਂ ਦੀ ਸਮਝ ਹੈ, ਵੱਖਰੀ ਸਮਝ ਹੈ, ਲੇਕਿਨ ਅਸੀਂ ਬਾਰ-ਬਾਰ ਯਤਨ ਕੀਤਾ ਹੈ ਬਈ ਜੇ ਹੁਣ ਸੰਯੁਕਤ ਮੋਰਚੇ ਦੇ ਵਿੱਚ ਇਹ ਹੁੰਦੇ ਤਾਂ ਉਗਰਾਹਾਂ ਸਾਹਿਬ ਸੰਯੁਕਤ ਮੋਰਚੇ ਦੀ ਉਹਨਾਂ ਨੇ ਕਾਲ ਨੂੰ ਸਮਝਿਆ ਤੇ ਮੰਨਿਆ ਤੇ ਉਵੇਂ ਚੱਲੇ, ਉਹਨੇ ਹੀ ਰੌਲਾ ਪਿਆ। ਤੋ ਜੇਕਰ ਉਹ ਸੰਯੁਕਤ ਮੋਰਚੇ ਦੀ ਕਾਲ ਨੂੰ ਮੰਨਿਆ ਹੁੰਦਾ ਤਾਂ ਮੇਰਾ ਖਿਆਲ ਹੈ ਸਾਡੇ ਵੀ ਮਨ ਨੂੰ ਇਹ ਲੱਗਦਾ ਵੀ ਹੋ ਸਕਦਾ ਉਹ ਘਟਨਾ ਨਾ ਵਾਪਰਦੀ ਜੀ। ਤੋ ਜੇ ਸੰਯੁਕਤ ਮੋਰਚੇ ਦੀ ਕਾਲ ਨੂੰ ਮਤਲਬ ਇਗਨੋਰ ਕੀਤਾ ਗਿਆ ਤੇ ਤਾਂ ਹੀ ਜਾ ਕੇ ਸਾਡੇ ਬੱਚਿਆਂ ਨੂੰ ਵੀ ਮਤਲਬ ਭੜਕਣ ਦਾ ਮਤਲਬ ਮਾਹੌਲ ਬਣਿਆ ਜੀ। ਹੁਣ ਤੁਸੀਂ ਪੰਜਾਬ ਫੇਰੀ ਤੇ ਆਏ ਹੋ, ਕੀ ਲੋਕਾਂ ਨੂੰ ਕਹਿ ਰਹੇ ਹੋ? ਦੇਖੋ, ਮੈਂ ਪੰਜਾਬ ਫੇਰੀ ਤੇ ਆਉਣ ਦਾ ਮੇਰਾ ਮਕਸਦ ਇਹ ਨਹੀਂ ਹੈ ਕਿ ਮੈਂ ਕੋਈ ਸ਼ੋਰ ਕਰਨ ਵਾਸਤੇ ਆਇਆ ਹਾਂ। ਮੇਰਾ ਤਾਂ ਇੱਕੋ ਮਕਸਦ ਹੈ ਕਿ ਜਿਹੜੇ ਬੱਚੇ ਸਾਡੇ ਜੇਲ੍ਹਾਂ 'ਚੋਂ ਆਏ ਨੇ ਉਹਨਾਂ ਦਾ ਹੌਸਲਾ ਅਪ ਕਰਨਾ, ਉਹਨਾਂ ਨੂੰ ਗੱਲ ਨਾ ਲਾਉਣਾ ਜੀ, ਉਹ ਕਿਸੇ ਤਰ੍ਹਾਂ ਦਾ ਟੁੱਟਣ ਨਾ, ਉਹ ਸਾਰੀ ਗੱਲ ਨੂੰ ਲੈ ਕੇ। ਔਰ ਬਾਕੀ ਦੂਸਰੀ ਗੱਲ ਹੈ ਕਿ ਇੱਕ ਦਹਿਸ਼ਤ ਪਾਈ ਜਾ ਰਹੀ ਹੈ ਜਿਹੜੀ ਸਰਕਾਰ ਵੱਲੋਂ, ਕਰੋਨਾ ਦੀ ਦਹਿਸ਼ਤ ਪਾਈ ਜਾ ਰਹੀ ਹੈ, ਜਾਂ ਇਹ ਕਿਹਾ ਜਾ ਰਿਹਾ ਹੈ ਕਿ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਨੋਟਿਸ ਭੇਜੇ ਜਾ ਰਹੇ ਨੇ, ਉਹ ਵੀ ਇੱਕ ਦਬਾਅ ਪਾਉਣ ਦੀ, ਇੱਕ ਤਰ੍ਹਾਂ ਦੀ ਸਰਕਾਰ ਦੀ ਦਮਨਕਾਰੀ ਨੀਤੀ ਨਾਲ ਚੱਲਿਆ ਜਾ ਰਿਹਾ ਹੈ। ਉਹ ਸਭ ਕਾਸੇ ਨੂੰ ਕੰਟਰੋਲ ਕਰਨ ਦੀ ਖਾਤਰ, ਉਹ ਸਭ ਕਾਸੇ ਦਾ ਦਬਾਅ ਚੱਕਣ ਦੀ ਖਾਤਰ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਨੌਜਵਾਨਾਂ ਨੂੰ, ਜਿਹੜੇ ਸਾਡੇ ਬੱਚੇ ਜੇਲ੍ਹਾਂ 'ਚ ਗਏ ਨੇ, ਉਹਨਾਂ ਨੂੰ ਸਨਮਾਨ ਦੇਣਾ ਸਾਡਾ ਫਰਜ਼ ਬਣਦਾ ਹੈ। ਤੇ ਨਾਲ ਦੀ ਨਾਲ ਮਤਲਬ ਉਹ ਜਿਹੜੇ ਨੋਟਿਸ ਨੇ, ਜਿਸ ਤਰ੍ਹਾਂ ਦਾ ਉਹ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਇੱਕ ਦਹਿਸ਼ਤ ਦਾ ਮਾਹੌਲ ਨੂੰ ਅਸੀਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਮਕਸਦ ਸਿਰਫ ਇੰਨਾ ਹੀ ਹੈ ਜੀ। ਜਾਂਦੇ ਮੈਂ ਲਾਸਟ ਪ੍ਰਸ਼ਨ ਲੈਣਾ ਚਾਹੂੰਗਾ, ਜਿੱਥੇ ਇਲੈਕਸ਼ਨ ਹੋ ਰਹੀਆਂ, ਬੰਗਾਲ ਦੀ ਗੱਲ ਆ ਜਾਂ ਹੋਰ ਸੂਬਿਆਂ ਦੀ ਆਪਾਂ ਗੱਲ ਕਰਦੇ ਹਾਂ, ਉੱਥੇ ਵੀ ਜਥੇਬੰਦੀਆਂ ਜਾਣ ਰਹੀਆਂ, ਜਿਹੜੀ ਇੱਕ ਤਿੱਖੇ ਸੰਘਰਸ਼ ਕਰਨ ਦੀ ਗੱਲ ਆਉਂਦੀ ਹੈ, ਕੋਈ ਤਿੱਖਾ ਪਲਾਨ ਕੁਛ ਹੈਗਾ ਗਾ ਮੀਟਿੰਗ ਦੇ ਵਿੱਚ, ਕੋਈ ਹੋਇਆ ਇਹ ਦਾ ਫੈਸਲਾ ਵੀ ਅਸੀਂ ਆਹ ਚੀਜ਼ ਕਰਨ ਜਾ ਰਹੇ ਹਾਂ? ਦੇਖੋ, 6 ਤਰੀਕ ਦਾ KMP ਜਾਮ ਕਰਨ ਦਾ ਪ੍ਰੋਗਰਾਮ ਬਣ ਚੁੱਕਿਆ, ਉਹ 5 ਘੰਟਿਆਂ ਲਈ ਜਾਮ ਹੋਣੀ ਹੈ ਜੀ। ਬਾਕੀ ਜਿਹੜਾ 8 ਤਰੀਕ ਦਾ ਸਾਡਾ ਮਤਲਬ ਲੇਡੀਜ਼ ਦਾ
ਦਿਨ ਹੈ ਉਹ ਅਸੀਂ ਇੱਕ ਤਰ੍ਹਾਂ ਦਾ ਮਤਲਬ ਸਰਕਾਰ ਨੂੰ ਸੁਨੇਹਾ ਦੇਣਾ ਚਾਹਾਂਗੇ ਕਿ ਸਾਡਾ ਕੱਲਾ ਮਨੁੱਖ ਨਹੀਂ ਇਸ ਲੜਾਈ ਦੇ ਵਿੱਚ, ਸਾਡੀਆਂ ਔਰਤਾਂ ਵੀ ਇਸ ਲੜਾਈ ਦੇ ਵਿੱਚ ਸ਼ਾਮਲ ਨੇ। ਉਹ ਅਸੀਂ ਮਤਲਬ ਦਿਨ ਮਨਾਵਾਂਗੇ, ਉੱਥੇ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ, ਸਾਡੀਆਂ ਬੀਬੀਆਂ ਆਉਣਗੀਆਂ। ਅਗਲੀ ਜਿਹੜਾ ਪ੍ਰੋਗਰਾਮ ਹੈ ਉਹ ਸਾਡਾ ਇਹ ਹੈ ਕਿ ਅੰਦੋਲਨ ਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਅੰਦੋਲਨ ਖੜ ਗਿਆ। ਅੰਦੋਲਨ ਦੇ ਸਿੱਟੇ ਕੀ ਨਿਕਲ ਰਹੇ ਨੇ ਉਹ ਵੇਖਣੇ ਚਾਹੀਦੇ ਨੇ। ਅੱਜ ਤੱਕ ਸਰਕਾਰ ਇਹ ਕਹਿੰਦੀ ਰਹੀ ਹੈ, ਇਹਨਾਂ ਦੇ ਮੰਤਰੀ ਇਹ ਕਹਿੰਦੇ ਰਹੇ ਵੀ ਮੁੱਠੀ ਭਰ ਲੋਕ ਨੇ। ਅੱਜ ਇਹ ਕਹਿਣ ਲੱਗੀ ਹੈ ਕਿ ਵੱਡੀਆਂ ਭੀੜਾਂ ਨਾਲ ਕਾਨੂੰਨ ਰੱਦ ਨਹੀਂ ਹੁੰਦੇ। ਇਹਦਾ ਮਤਲਬ ਅਸੀਂ ਮੁੱਠੀ ਭਰਾਂ ਵਾਲੀ ਪਰਿਭਾਸ਼ਾ ਚੋਂ ਨਿਕਲ ਕੇ ਵੱਡੀਆਂ ਭੀੜਾਂ ਦੇ ਪਰਿਭਾਸ਼ਾ ਦੇ ਵਿੱਚ ਸ਼ਾਮਲ ਹੋ ਗਏ ਹਾਂ, ਤੇ ਉਹੀ ਇੱਕ ਪ੍ਰੈਸ਼ਰ ਬਿਲਟ ਹੋ ਰਿਹਾ ਔਰ ਉਸੇ ਪ੍ਰੈਸ਼ਰ ਨੇ ਹੀ ਸਰਕਾਰ ਨੂੰ ਕਾਨੂੰਨ ਰੱਦ ਕਰਨ ਲਈ ਮਜਬੂਰ ਕਰਨਾ। ਜਿਹੜੀ ਤੁਸੀਂ ਮਤਲਬ ਗੱਲ ਕੀਤੀ ਹੈ ਉਹਨਾਂ ਚੁਣਾਵਾਂ ਦੇ ਵਿੱਚ ਜਿੱਥੇ ਜਿੱਥੇ ਹੋ ਰਹੇ ਨੇ, ਉਸ ਮਾਮਲੇ ਦੇ ਉੱਤੇ ਸਾਡਾ ਰਾਜਨੀਤੀ ਕਰਨਾ ਕੋਈ ਨਿਸ਼ਾਨਾ ਨਹੀਂ ਹੈ। ਸਾਡਾ ਨਿਸ਼ਾਨਾ ਹੈ ਕਿ ਉਹਨਾਂ ਸਟੇਟਾਂ ਦੇ ਵਿੱਚ ਕਿਸਾਨਾਂ ਨੂੰ ਸਰਕਾਰ ਦੇ ਇਹ ਕਾਲੇ ਕਾਨੂੰਨ ਲਿਆ ਕੇ ਲੋਕ ਮਾਰੂ ਨੀਤੀਆਂ ਜਿਹੜੀਆਂ ਲਿਆ ਰਹੀ ਹੈ ਉਹਨਾਂ ਤੋਂ ਅਵੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਉਹ ਸਾਡਾ ਮਤਲਬ ਯਤਨ ਜਾਰੀ ਹੈ, ਉਹ ਅਸੀਂ ਕਰਾਂਗੇ। ਡੱਲੇਵਾਲ ਸਾਹਿਬ ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸੀ ਜਗਜੀਤ ਸਿੰਘ ਡੱਲੇਵਾਲ, ਉੱਘੇ ਕਿਸਾਨ ਲੀਡਰ। ਅੱਜ ਦੀ ਮੁਲਾਕਾਤ ਦਾ ਮਨੋਰਥ ਇਹੀ ਸੀ ਵੀ ਜਿਹੜੀ ਇਹ ਗੱਲ ਡੈਡਲੌਕ ਤੇ ਖੜੀ ਆ ਵੀ ਇਸ ਨੂੰ ਅੱਗੇ ਕਿਵੇਂ ਵਧਾਇਆ ਜਾਵੇ ਜਾਂ ਅੱਗੇ ਕਿਵੇਂ ਵਧੂਗੀ, ਕੀ ਕਰ ਰਹੀਆਂ ਜਥੇਬੰਦੀਆਂ ਦਾ ਆਉਣ ਵਾਲੇ ਪਲਾਨ ਕੀ ਨੇ, ਖਾਸ ਕਰਕੇ ਜਿਹੜੀ ਸੋਸ਼ਲ ਮੀਡੀਆ ਤੇ ਚਰਚਾ ਹੁੰਦੀ ਹੈ ਕਿਸਾਨ ਆਗੂਆਂ ਨੂੰ ਲੈ ਕੇ ਜਾਂ ਨੌਜਵਾਨਾਂ ਨੂੰ ਲੈ ਕੇ, ਉਹ ਸ਼ੰਕੇ ਕਿਤੇ ਨਾ ਕਿਤੇ ਦੂਰ ਹੋਣ। ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਉੱਘੀ ਸ਼ਖਸੀਅਤ ਦੇ ਨਾਲ। ਉਦੋਂ ਤੱਕ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।